के खालसे जा करके बचन कीता कि महाराज जी तुसी ब्रह्म ज्ञानी हो, महापुरख हो, तत बेते हो। इस करके सानू सतगुरां दा सारा इतिहास है जिहड़ा वो किरपा करके सुनाउणा करो। ये वड्डा भारी परोपकार होवेगा। गुरु के सिख इतिहास नूं पढ़नगे सुननगे, गुरु दे पंथ दे विच वड्डा भारी आनंद वधेगा। सो इस करके ਸਿੰਘਾਂ ਦੇ ਬਚਨਾਂ ਤੋਂ ਬੇਨਤੀਆਂ ਤੋਂ ਖੁਸ਼ ਹੋ ਕਰਕੇ ਮਹਾਂਪੁਰਖਾਂ ਨੇ ਪਹਿਲਾਂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਿੰਨਾਂ ਸਤਿਗੁਰਾਂ ਦੇ ਜਿਹੜੇ ਸਪੁੱਤਰ ਨੇ ਬਾਬਾ ਸ੍ਰੀ ਚੰਦ ਜੀ, ਸੰਖੇਪ ਮਾਤਰ ਹੀ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਸੁਣਾਉਣਾ ਕੀਤਾ ਹੈ ਕਿ ਵੱਡੇ ਭਾਰੀ ਮਹਾਂਪੁਰਖ ਹੋਏ ਸੀ, ਬ੍ਰਹਮ ਅਵਸਥਾ ਦੇ ਵਿੱਚ ਲੀਨ ਰਹਿੰਦੇ ਸਨ। ਸੋ ਉਹਨਾਂ ਦੇ ਪ੍ਰਥਾएं इस तरह जिक्र करके इस तो अगे धन सतगुरु श्री गुरु नानक देव जी महाराज कि उन्हां दा संसार ते अवतार धारण करके आउण दा कारण दस्सिया कि जिन्ने भी जीव जंतु सी सारे विषयां वकारां दी तपश दे नाल इस अग दे नाल सड़ रहे सन ते आप अकाल पुरख वाहिगुरु परमेश्वर ने अपना स्वरूप धारण करके धन गुरु नानक देव पातशाह जी आ सो चंद्रमा वत हो करके सो शांति दियां किरणां बख्शियां, ज्ञान दी दात बख्शी, भुली भटकी लुकाई नूं सीधे रस्ते ते पाया, सारी दुनिया नूं काल पुरख वाहिगुरू परमेश्वर दा नाम जपाउणा कीता। फिर आप गरीब नवाज अपने शरीर दे सहित ही पातशाह सचखंड जा बराजे और उन्हां तो बाद धन सतगुरु श्री गुरु अंगद देव जी महाराज गुरता गद्दी ते गरीब नवाज विराजमान होए। सो सतगुरु धन गुरु अंगद देव महाराज सच्चे पातशाह जी गुरता गद्दी दे विराजे बाबा फेरू जी दे पुत्र सन। माता दया कौर जी दी कुख दे विचों उन्हां ने अपना अवतार धारण कीता। उन्हां दे अगे दो पुत्र बाबा दातू जी बाबा दासू जी होए, बीबी अमरो जी उन्हां दी पुत्री होई। इस तरह जिक्र करदिआं धन गुरु अमरदास महाराज जियां बाबत दस्सिया कि बाबा तेजभान दे घर दे विच इन्हां दा जन्म होया। माता सुलखनी जी इन्हां दे माता जी सन। इतिहास विच इस तरह भी ना आया। बाबा मोहन जी बाबा मोहरी जी इन्हां दे पुत्र सन। इस तो अगे श्री गुरु रामदास महाराज गुरता गद्दी ते गरीब नवाज विराजमान होए और नेकाई जीवां दा सतगुरु पातशाह जियां ने किरपा धार करके भला कीता। नेका ही जीवां दा पार उतारा सतगुरु गरीब नवाज पातशाह धन गुरु रामदास महाराज सच्चे पातशाह जियां कीता और इन्हां दे पुत्र बाबा प्रिथी चंद जी बाबा महादेव जी धन सतगुरु श्री गुरु अर्जन देव जी महाराज होए।
ਛੋਟੇ ਸਪੁੱਤਰ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਨੂੰ ਗੁਰਤਾ ਗੱਦੀ ਦੀ ਵਡਿਆਈ ਬਖਸ਼ਿਸ਼ ਕਰਕੇ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸੱਚਖੰਡ ਨੂੰ ਚਲੇ ਗਏ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੋ ਜਦੋਂ ਸਰੀਰ ਕਰਕੇ ਗੁਰਤਾ ਗੱਦੀ ਦੇ ਉੱਪਰ ਸਬਾਈਮਾਨ ਹੋਏ, ਬਿਰਾਜਮਾਨ ਹੋਏ, ਅੰਮ੍ਰਿਤ ਸਰੋਵਰ ਦੀਆਂ ਉਹਨਾਂ ਨੇ ਵੱਡੀਆਂ ਭਾਰੀ ਸੇਵਾਵਾਂ ਕਮਾਈਆਂ। ਵੱਡੇ ਸਤਿਗੁਰਾਂ ਦੀ ਸਾਰੀ ਬਾਣੀ ਨੂੰ ਇਕੱਤਰ ਕਰਕੇ ਇੱਕ ਸੁੰਦਰ ਬੀੜ ਸਾਜ ਕਰਕੇ, ਸੁੰਦਰ ਬੀੜ ਬਣਾ ਕਰਕੇ, ਗੁਰੂ ਕੀ ਬਾਣੀ ਨੂੰ ਇਕੱਤਰ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਹਿਲੇ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਉਹਨਾਂ ਨੇ ਕਰਵਾਇਆ। ਇਤਿਹਾਸਕ ਬਹੁਤ ਵੱਡੇ ਮਹਾਨ ਪਰਉਪਕਾਰਾਂ ਵਾਲੇ ਗੁਣ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਵਿੱਚ ਸਨ। ਉਹ ਕਿਰਪਾ ਦੇ ਘਰ ਸੀ, ਦਇਆ ਦੇ ਸਾਗਰ ਸਨ, ਅਨੇਕਾਂ ਜੀਵਾਂ ਦਾ ਭਲਾ ਕਰਦਿਆਂ ਮੇਰੇ ਪਾਤਸ਼ਾਹ ਜੀ 1663 ਸੰਮਤ ਨੂੰ ਜੇਠ ਦੇ ਮਹੀਨੇ, ਭਾਰੀ ਗਰਮੀ ਦਾ ਇਹ ਮਹੀਨਾ ਸੀ ਔਰ ਜੇਠ ਸੁਦੀ ਚੌਥ ਨੂੰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਸੱਚਖੰਡ ਨੂੰ ਗਏ ਸੀ। ਮੌਜ ਦੇ ਮਾਲਕ ਚੋਜੀ ਪ੍ਰੀਤਮ ਇਤਿਹਾਸਕ ਆਪਾਂ ਸਤਿਗੁਰਾਂ ਦੀ ਜਿਹੜੀ ਗੁਰ ਪ੍ਰਣਾਲੀ ਹੈ, ਮਹਾਂਪੁਰਖ ਭਾਈ ਰਾਮ ਕੌਰ ਜੀ ਸਿੰਘਾਂ ਦੇ ਤਾਈਂ ਸੁਣਾ ਰਹੇ ਸੀ ਅਤੇ ਕਵੀ ਜੀ ਨੇ ਬੜੇ ਥੋੜ੍ਹੇ ਸ਼ਬਦਾਂ ਦੇ ਵਿੱਚ ਸਤਿਗੁਰਾਂ ਦੀ ਸਾਰੀ ਪ੍ਰਣਾਲੀ ਉਹਦਾ ਜ਼ਿਕਰ ਕੀਤਾ ਸੀ। ਆਪਾਂ ਕੱਲ੍ਹ ਇੱਥੋਂ ਤੱਕ ਸਰਵਣ ਕੀਤਾ ਸੀ, ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਤੱਕ। ਇਸ ਤੋਂ ਅੱਗੇ ਅੱਜ ਇੱਕ ਪ੍ਰਸੰਗ ਹੈ, ਕਲਗੀਧਰ ਦਸ਼ਮੇਸ਼ ਪਿਤਾ ਜੀਆਂ ਤੱਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਲੈ ਕਰਕੇ ਫਿਰ ਉਸ ਤੋਂ ਅੱਗੇ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਇਤਿਹਾਸ ਪ੍ਰਾਰੰਭ ਹੋਵੇਗਾ। ਸੋ ਆਓ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਲੈ ਕਰਕੇ ਅੱਗੇ ਸਤਿਗੁਰਾਂ ਦੀ ਗੁਰ ਪ੍ਰਣਾਲੀ ਦਾ ਜੋ ਇਤਿਹਾਸ ਹੈ ਇਹਨੂੰ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪੁਨ ਸ੍ਰੀ ਹਰਗੋਬਿੰਦ ਗੁਰ ਹੋਏ। ਜਦੋਂ ਭਾਈ ਰਾਮ ਕੌਰ ਜੀ ਮਹਾਂਪੁਰਖ ਬਚਨ ਕਰਦੇ ਨੇ, ਕਹਿੰਦੇ ਨੇ 1663 ਸੰਮਤ ਨੂੰ ਜੇਠ ਸੁਦੀ ਚੌਥ ਨੂੰ ਜਦੋਂ ਸਤਿਗੁਰੂ ਸੱਚਖੰਡ ਚਲੇ ਗਏ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਉਹਨਾਂ ਦੇ ਸਥਾਨ 'ਤੇ ਗੁਰਤਾ ਗੱਦੀ ਦੇ ਤਖਤ 'ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਪੁੱਤਰ ਉਹਨਾਂ ਨੇ ਬਿਰਾਜਮਾਨ ਹੋਣਾ ਕੀਤਾ ਹੈ। ਪ੍ਰਭ ਪੀਰੀ ਅਰ ਮੀਰੀ ਦੋਏ, ਅਤੇ ਪੀਰੀ ਅਤੇ ਮੀਰੀ ਦੇ ਹਜੂਰ ਮਾਲਕ ਬਣੇ। ਦੋ ਤਲਵਾਰਾਂ ਪਹਿਨੀਆਂ ਸਨ, ਪੀਰੀ ਦੀ ਤੇ ਮੀਰੀ ਦੀ, ਤੇ ਮੀਰੀ ਪੀਰੀ ਦੇ ਮਾਲਕ ਕਹਿ ਕੇ ਸੰਗਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਯਾਦ ਕਰਦੀਆਂ ਹਨ। ਜਨਮ ਲੀਨ ਜਹ ਗ੍ਰਾਮ ਵਡਾਲੀ, ਐਸੇ ਕਿਰਪਾਲੂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤਿੰਨਾਂ ਸਤਿਗੁਰਾਂ ਦਾ ਜਨਮ ਜਿਹੜਾ ਹੈ ਉਹ ਵਡਾਲੀ ਨਗਰ ਦੇ ਵਿੱਚ ਹੋਇਆ। ਸੋ ਗੁਰੂ ਕੀ ਵਡਾਲੀ ਕਹਿ ਕਰਕੇ ਵੀ ਉਸ ਨਗਰ ਨੂੰ ਲੋਕ ਜਾਣਦੇ ਨੇ। ਗੁਰਦੁਆਰਾ ਸ੍ਰੀ ਛਿਆਟਾ ਸਾਹਿਬ ਦੇ ਲਾਗੇ ਇਹ ਨਗਰ ਹੈ। ਸੋ ਇੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਵਡਾਲੀ ਨਗਰ ਵਿਖੇ ਆਪਣਾ ਅਵਤਾਰ ਧਾਰਨ ਕੀਤਾ ਹੈ। ਬੜੀ ਮਹਿਦ ਤਨਡੀਲ ਵਿਸਾਲੀ, ਤੇ ਭਾਈ ਰਾਮ ਕੌਰ ਜੀ ਕਹਿੰਦੇ ਨੇ ਇਹਨਾਂ ਦਾ ਸਰੀਰ ਬੜਾ ਲੰਮਾ ਸੀ, ਉੱਚਾ ਸੀ, ਚੌੜਾ ਸੀ, ਬੜੇ ਬਲ ਵਾਲੇ ਸਨ, ਬੜੀ ਵੱਡੀ ਇਹਨਾਂ ਦੀ ਡੀਲ ਡੌਲ ਸੀ।
ਸੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਨ ਸੂਰਬੀਰ ਸਨ। ਧਾਰਾ ਤੀਨ ਸੁਸ਼ੀਲਾ ਵਿਆਹੀ। ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ 3 ਧਰਮ ਸੁਪਤਨੀਆਂ, 3 ਗੁਰੂ ਕੇ ਮਹਿਲ ਸਨ। ਬੜਾ ਉਹਨਾਂ ਦਾ ਸ਼ਾਂਤ ਸੁਭਾਅ ਸੀ, ਬੜੇ ਸ਼ੁਭ ਗੁਣਾਂ ਦੇ ਵਾਲੀਆਂ ਸਨ। ਉਹ ਸਾਡੀਆਂ ਤਿੰਨੇ ਹੀ ਸਤਿਕਾਰਯੋਗ ਮਾਤਾਵਾਂ। ਇਕ ਦਮੋਦਰੀ ਦੁੱਤ ਮਰਵਾਹੀ। ਇੱਕ ਮਾਤਾ ਦਮੋਦਰੀ ਜੀ ਅਤੇ ਦੂਸਰੇ ਮਾਤਾ ਮਰਵਾਹੀ ਜੀ ਹੋਏ ਖਾਨ। ਨਾਮ ਨਾਨਕੀ ਤ੍ਰਿਤੀਆ ਕੇਰਾ। ਤੇ ਤੀਸਰੇ ਸਤਿਗੁਰਾਂ ਦੇ ਮਹਿਲ ਹੋਏ ਨੇ, ਜਿਨ੍ਹਾਂ ਦਾ ਨਾਮ ਨਾਨਕੀ ਜੀ ਹੈ। ਮਾਤਾ ਨਾਨਕੀ ਜੀ ਹੋਏ। ਸੋ ਇਹ 3 ਮਹਿਲ ਸਨ ਸਤਿਗੁਰਾਂ ਦੇ, ਮਾਤਾ ਦਮੋਦਰੀ ਜੀ, ਮਾਤਾ ਮਰਵਾਈ ਜੀ, ਮਾਤਾ ਨਾਨਕੀ ਜੀ। ਮਨ ਸਿਮਰਤ ਜਿਨ ਆਨੰਦ ਕਨੇਰਾ। ਅਤੇ ਇੰਨਾ ਜ਼ਿਆਦਾ ਸ਼ਾਂਤ ਸੁਭਾਅ, ਹਰ ਵਕਤ ਭਜਨ ਬੰਦਗੀ ਕਰਦਿਆਂ, ਸਿਮਰਨ ਅਭਿਆਸ ਕਰਦਿਆਂ ਹੀ ਆਪਣਾ ਜੀਵਨ ਜਿਹੜਾ ਉਹਨੂੰ ਬਸਰ ਕਰਦੇ ਸਨ। ਸੋ ਨਾਮ ਭਜਨ ਬਾਣੀ ਦੇ ਵਿੱਚ ਹੀ ਲੀਨ ਰਹਿ ਕਰਕੇ ਆਨੰਦ ਦੇ ਸਹਿਤ ਵਿਚਰਦੇ ਸੀ। ਅਤੇ ਮਹਾਂਪੁਰਖ ਕਹਿੰਦੇ ਨੇ ਇਹੋ ਜਿਹੇ ਜੋ ਮਾਤਾਵਾਂ ਨੇ ਜਿਹੜੀਆਂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਦਾ ਨਾਮ ਲੈਣ ਦੇ ਨਾਲ, ਉਹਨਾਂ ਨੂੰ ਯਾਦ ਕਰਨ ਦੇ ਨਾਲ ਹੀ ਮਨ ਵਿੱਚ ਆਨੰਦ ਪੈਦਾ ਹੁੰਦਾ ਹੈ। 5 ਪੁੱਤਰ ਇਨ ਤੇ ਉਤਪੱਤਾ। ਅਤੇ ਇਹਨਾਂ ਮਾਤਾਵਾਂ ਦੇ ਕੁੱਖ ਦੇ ਵਿੱਚੋਂ 5 ਪੁੱਤਰਾਂ ਨੇ ਜਿਹੜਾ ਉਹ ਜਨਮ ਲਿਆ ਹੈ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਗ੍ਰਹਿ ਵਿਖੇ। ਜੇਠੋ ਸ੍ਰੀ ਬਾਬਾ ਗੁਰਦਿੱਤਾ। ਅਤੇ ਵੱਡੇ ਪੁੱਤਰ ਨੇ ਜਿਹੜੇ ਮਾਤਾ ਦਮੋਦਰੀ ਜੀ ਦੀ ਪਾਵਨ ਕੁੱਖ ਦੇ ਵਿੱਚੋਂ ਬਾਬਾ ਗੁਰਦਿੱਤਾ ਜੀਆਂ ਨੇ ਆਪਣਾ ਅਵਤਾਰ ਧਾਰਿਆ, ਜਨਮ ਲਿਆ ਹੈ। ਸੂਰਜ ਮਲ ਅਰ ਅਣੀ ਰਾਏ ਭਾਨਾ। ਅਤੇ ਬਾਬਾ ਸੂਰਜਮਲ ਜੀ ਤੇ ਬਾਬਾ ਅਣੀ ਰਾਏ ਜੀ, ਇਹ ਮਾਤਾ ਮਰਵਾਈ ਜੀ ਦੀ ਕੁੱਖ ਦੇ ਵਿੱਚੋਂ ਇਹਨਾਂ ਨੇ ਆਪਣਾ ਜਨਮ ਲੈਣਾ ਕੀਤਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਗ੍ਰਹਿ ਵਿਖੇ। ਅਟਲ ਰਾਏ ਬ੍ਰਹਮ ਗਿਆਨ ਸਭਨ ਮਨ। ਅਤੇ ਧੰਨ ਧੰਨ ਬਾਬਾ ਅਟਲ ਰਾਏ ਸਾਹਿਬ ਜੀ, ਇਹਨਾਂ ਨੇ ਮਾਤਾ ਮਰਵਾਈ ਜੀ ਦੀ ਕੁੱਖੋਂ ਪਾਵਨ ਤਨ ਧਾਰਿਆ, ਜਨਮ ਲਿਆ। ਔਰ ਬ੍ਰਹਮ ਗਿਆਨ ਇਹਨਾਂ ਸਾਰੇ ਸਤਿਪੁਰਖਾਂ ਵਿੱਚ, ਮਹਾਂਪੁਰਖਾਂ ਦੇ ਵਿੱਚ ਬ੍ਰਹਮ ਗਿਆਨ ਪਰਪੱਕ ਸੀ। ਬਾਬਾ ਗੁਰਦਿੱਤਾ ਜੀ ਵੀ ਮਹਾਨ ਮਹਾਂਪੁਰਖ ਹੋਏ, ਬ੍ਰਹਮ ਗਿਆਨੀ ਸਨ, ਸ਼ੁਭ ਗੁਣਾਂ ਵਾਲੇ। ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਸਾਹਿਬ ਜੀ, ਸਾਰੇ ਮਹਾਂਪੁਰਖ ਜਿਹੜੇ ਨੇ ਉਹ ਬ੍ਰਹਮ ਗਿਆਨ ਦੇ ਸਹਿਤ ਸਨ। ਪੰਚਮ ਭੇ ਸ੍ਰੀ ਤੇਗ ਬਹਾਦਰ। ਅਤੇ 5ਵੇਂ ਪਾਤਸ਼ਾਹ, 5ਵੇਂ ਪੁੱਤਰ ਹੋਏ ਨੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਇਹ 5ਵੇਂ ਸੁਪੁੱਤਰ ਸਨ। ਇਹਨਾਂ ਨੇ ਮਾਤਾ ਨਾਨਕੀ ਜੀ ਦੀ ਪਾਵਨ ਕੁੱਖ ਤੋਂ ਆਪਣਾ ਅਵਤਾਰ ਧਾਰਿਆ ਸੀ। ਨਿਕਟ ਬਿਠਾਵੈ ਜਿਨ ਪਿਤ ਸਾਦਰ। ਅਤੇ ਛੋਟੀ ਜੀ ਉਮਰ ਹੀ ਸੀ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੀ। ਤਾਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਕੋਲ ਬੜੇ ਅਦਬ ਸਤਿਕਾਰ ਦੇ ਸਹਿਤ ਇਹਨਾਂ ਨੂੰ ਬਿਠਾਇਆ ਕਰਦੇ ਸਨ। ਅਜੇ ਭਾਵੇਂ ਗੁਰੂ ਨਹੀਂ ਸੀ ਬਣੇ, ਪਰ ਇਹਨਾਂ ਦਾ ਸਤਿਕਾਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਕਰਿਆ ਕਰਦੇ ਸਨ। ਸ੍ਰੀ ਗੁਰੂ ਹਰਗੋਬਿੰਦ ਸਮਸ਼ੀਰ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਨ ਸੂਰਮੇ। ਹਤੇ ਉਰਕਤ ਤੁਰਕ ਗਨ ਗਹਿ ਸ਼ਮਸ਼ੀਰ। ਐਸੇ ਮਹਾਨ ਕਿਰਪਾਲੂ ਸੂਰਬੀਰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਜੰਗਾਂ ਕਰਕੇ, ਯੁੱਧ ਕਰਕੇ, ਤੇ ਜਿਹੜੇ ਧਰਮ ਦੇ ਦੁਖੀ ਲੋਕ ਸਨ, ਪਾਪੀ ਪੁਰਸ਼ ਸਨ, ਗੁਰੂ ਘਰ ਦੇ ਨਿੰਦਕ ਲੋਕ, ਉਹ ਨੇਕਾਂ ਹੀ ਤੁਰਕਾਂ ਨੂੰ, ਨੇਕਾਂ ਹੀ ਗੁਰੂ ਕੇ ਵੈਰੀਆਂ ਨੂੰ, ਧਰਮ ਦੇ ਦੋਖੀਆਂ ਨੂੰ ਮਾਰਨਾ ਕੀਤਾ ਹੈ। ਗਣ ਦਾਸਨ ਕੇ ਕਾਰ ਸੁਧਾਰੇ। ਤੇ ਇੱਥੇ ਮਹਾਂਪੁਰਖ ਭਾਈ ਰਾਮ ਕੌਰ ਜੀ ਬਚਨ ਕਰਦੇ ਆ ਵੀ ਪਤਾ ਨਹੀਂ ਕਿੰਨੇ ਕੁ ਆਪਣੇ ਸੇਵਕਾਂ ਦੇ
ਆਪਣੇ ਪਿਆਰਿਆਂ ਦੇ ਦਾਸਾਂ ਦੇ ਜਿਹੜੇ ਕਾਰਜ ਹਨ ਉਹ ਰਾਸ ਵੀ ਕੀਤੇ ਹਨ। ਜਗ ਮਹਿ ਕੀਰਤ ਬਹੁ ਵਿਸਤਾਰੇ। ਅਤੇ ਸੰਸਾਰ ਦੇ ਵਿੱਚ ਬਹੁਤ ਜ਼ਿਆਦੀ ਉੱਚੀ ਸੁੱਚੀ ਵਡਿਆਈ ਦਾ ਵਿਸਥਾਰ ਹੋਇਆ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ। ਇੱਕ ਤ੍ਰਿਨ ਸਤ ਸੰਮਤ 10 ਮਾਸ। ਇੱਥੇ ਕਵੀ ਜੀ ਜ਼ਿਕਰ ਕਰਦੇ ਆ, ਬਚਨ ਕਰਦੇ ਆ ਵੀ 31 ਸਾਲ ਅਤੇ 10 ਮਹੀਨੇ। ਖਟ ਦਿਨ ਗੁਰਤਾ ਥਿਤ ਸੁਖ ਰਾਸ। ਅਤੇ ਖਟ 6 ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਹਜੂਰ ਬਿਰਾਜਮਾਨ ਰਹੇ ਸਰੀਰ ਕਰਕੇ। 31 ਸਾਲ 10 ਮਹੀਨੇ ਅਤੇ 6 ਦਿਨ ਦਾ ਇੱਥੇ ਜ਼ਿਕਰ ਕੀਤਾ ਹੈ। 16/7/95 ਸਾਲ। ਜਦੋਂ 1695 ਸੰਮਤ ਹੋਈ ਹੈ। ਚੇਤ ਪੰਚਮੀ ਸੁਦੀ ਕਿਰਪਾਲ। ਅਤੇ ਚੇਤ ਸੁਦੀ ਪੰਚਮੀ ਨੂੰ ਕਿਰਪਾਲੂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੱਚਖੰਡ ਕੋ ਤਬਹਿ ਪਧਾਰੇ। ਉਹ ਇਸ ਦਿਨ ਸੱਚਖੰਡ ਨੂੰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀਆਂ ਨੇ ਜਾਣਾ ਕੀਤਾ ਸੀ। ਸ੍ਰੀ ਹਰਿ ਰਾਏ ਤਖਤ ਬੈਠਾਰੇ। ਅਤੇ ਆਪਣੀ ਗੁਰਤਾ ਗੱਦੀ ਤੇ ਆਪਣੇ ਸਥਾਨ ਦੇ ਉੱਪਰ ਧੰਨ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਬਿਰਾਜਮਾਨ ਕਰ ਦਿੱਤਾ। ਗੁਰਤਾ ਗੱਦੀ ਦੀ ਵਡਿਆਈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ। ਸ੍ਰੀ ਬਾਬਾ ਗੁਰਦਿੱਤਾ ਰੂਪ। ਅਤੇ ਧੰਨ ਬਾਬਾ ਗੁਰਦਿੱਤਾ ਜੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਵੱਡੇ ਸੁਪੁੱਤਰ ਨੇ, ਸ੍ਰੇਸ਼ਟ ਸਰੂਪ ਵਾਲੇ ਹਨ। ਵਿਆਹੀ ਨੀਤੀ ਨਾਮ ਅਨੂਪ। ਅਤੇ ਅਨੂਪ ਸ਼ਹਿਰ ਦੀ ਉੱਤਰ ਪ੍ਰਦੇਸ਼ ਸਟੇਟ ਦਾ ਇਹ ਸ਼ਹਿਰ ਹੈ। ਸੋ ਉੱਥੋਂ ਦੀ ਜਿਹੜੀ ਧਰਮ ਸੁਪਤਨੀ ਇਸਤਰੀ ਬਣੀ ਹੈ ਜਿਨ੍ਹਾਂ ਦਾ ਨਾਮ ਬੀਬੀ ਨੇਤੀ ਹੈ। ਦੁਐ ਸੁਤ ਇਤਨ ਤੇ ਉਤਪਤ ਹੋਏ। ਅਤੇ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਬੀਬੀ ਨੇਤੀ ਜੀ ਦੀ ਕੁੱਖ ਦੇ ਵਿੱਚੋਂ 2 ਜਿਹੜੇ ਪੁੱਤਰ ਹਨ ਉਹਨਾਂ ਨੇ ਜਨਮ ਲਿਆ ਹੈ। ਸ੍ਰੀ ਹਰਿ ਰਾਏ ਧੀਰ ਮਲ ਦੋਏ। ਅਤੇ ਉਹਨਾਂ ਸਪੁੱਤਰਾਂ ਦਾ ਨਾਮ ਕਹਿੰਦੇ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਅਤੇ ਬਾਬਾ ਧੀਰਮਲ ਜੀ। ਇਹਨਾਂ 2 ਪੁੱਤਰਾਂ ਦਾ ਜ਼ਿਕਰ ਕੀਤਾ ਹੈ। ਵਿਗਿਓ ਪਤਾਮੇ ਤੇ ਗੁਰ ਪੋਤਾ। ਅਤੇ ਨਾਲ ਹੀ ਮਹਾਂਪੁਰਖ ਜ਼ਿਕਰ ਕਰਦੇ ਨੇ, ਬਚਨ ਕਰਦੇ ਹੈ ਕਿ ਪੋਤਰਾ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਪੋਤਰੇ ਸਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ। ਤੇ ਆਪਣੇ ਦਾਦਾ ਜੀ ਵਾਂਗ ਹੀ ਸ਼ੁਭ ਗੁਣਾਂ ਦੇ ਧਾਰਨੀ ਨੇ। ਬੜੀ ਹੀ ਕਿਰਪਾ ਹੈ, ਕਿਰਪਾ ਦੇ ਸਾਗਰ ਨੇ। ਬਹੁਤ ਜ਼ਿਆਦਾ ਵੱਡੇ ਭਾਰੀ ਗੁਣ ਹਨ ਇਹਨਾਂ ਦੇ ਵਿੱਚ। ਇਹਨਾਂ ਦੇ ਦਾਦਾ ਜੀ ਵਾਂਗ ਦੀਨ ਦੁਨੀ ਥੰਬ ਭਾਰ ਖਲੋਤਾ। ਅਤੇ ਦੀਨ ਦੁਨੀਆ ਦਾ ਭਾਰ ਝੱਲਣ ਵਾਸਤੇ, ਗਰੀਬਾਂ ਦਾ, ਨਿਮਾਣਿਆਂ ਨਤਾਣਿਆਂ ਦਾ ਆਸਰਾ ਬਣਨ ਲਈ ਇਹ ਥੰਮ ਸਰੂਪ ਨੇ। ਸਾਰੇ ਸੰਸਾਰ ਦਾ ਭਾਰ ਝੱਲਣ ਵਾਸਤੇ ਥੰਮ ਦੇ ਨਿਆਈ ਹਨ। ਧੰਨ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ। ਕੀਰਤਪੁਰ ਮਹਿ ਜਨਮ ਭਇਓ ਹੈ। ਇਹਨਾਂ ਦਾ ਜਿਹੜਾ ਜਨਮ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ, ਇਹਨਾਂ ਦਾ ਕੀਰਤਪੁਰ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਹੋਇਆ ਹੈ। ਸ੍ਰੀ ਹਰਿ ਰਾਏ ਗੁਰ ਸੋਥਿਓ ਹੈ। ਅਤੇ ਸਤਿਗੁਰੂ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਬਣ ਕਰਕੇ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਸਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀਆਂ ਤੋਂ ਬਾਅਦ ਵਿੱਚ। ਤੇ ਨੇਕਾਂ ਜੀਵਾਂ ਦਾ ਭਲਾ ਕੀਤਾ ਹੈ। ਬਹੁਤਾ ਸੁਨ ਕੋ ਕਰ ਬਖਸ਼ੀਸ਼। ਜਦੋਂ ਸਤਿਗੁਰੂ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਤੇ ਬੜਿਆਂ ਦਾਸਾਂ ਨੂੰ, ਬੜੇ ਪਿਆਰਿਆਂ ਨੂੰ ਬਹੁਤ ਹੀ ਬਖਸ਼ਿਸ਼ਾਂ ਦੇ ਕਰਕੇ ਨਵਾਜਣਾ ਕੀਤਾ ਹੈ ਸਤਿਗੁਰਾਂ ਨੇ। ਉਤੇ ਰੰਗ ਜੇ ਭਏ ਮਹੀਸ਼। ਜਿਹੜੇ ਬਹੁਤੇ ਜ਼ਿਆਦੇ ਕੰਗਾਲ ਸਨ ਉਹਨਾਂ ਨੂੰ ਰਾਜੇ ਬਣਾ ਦਿੱਤਾ, ਮਹਾਰਾਜੇ ਬਣਾ ਦਿੱਤਾ। ਜਿਹਨੇ ਸਤਿਗੁਰੂ ਦੇ ਦਰ 'ਤੇ ਆ ਕੇ ਝੋਲੀ ਅੱਡ ਲਈ ਉਹਨਾਂ ਨੂੰ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀਆਂ ਨੇ ਖਾਲੀ ਨਹੀਂ ਮੋੜਿਆ। ਕਿਸ਼ਨ ਕੋਇਰ ਕੋਟ ਕਲਿਆਣੀ। ਅਤੇ ਮੁਕਤੀ ਦਾ ਘਰ, ਮੁਕਤੀ ਦਾ ਗੜ੍ਹ ਕਹਿ ਲਵੋ
ਕਿ ਉਹਨਾਂ ਦੇ ਮਹਿਲ ਸਾਡੇ ਸਤਿਕਾਰਯੋਗ ਮਾਤਾ ਕਿਸ਼ਨ ਕੌਰ ਜੀ ਦਵੈਸੁਤ ਸ੍ਰੀ ਹਰਿ ਰਾਏ ਉਪਾਏ। ਅਤੇ ਉਹਨਾਂ ਦੀ ਪਾਵਨ ਕੁੱਖ ਦੇ ਵਿੱਚੋਂ ਦੋ ਪੁੱਤਰਾਂ ਨੇ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਗ੍ਰਹਿ ਵਿਖੇ ਜਨਮ ਲਿਆ ਹੈ। ਰਾਮ ਰਾਏ ਹਰਿ ਕ੍ਰਿਸ਼ਨ ਸੁਹਾਏ। ਅਤੇ ਜਿਨ੍ਹਾਂ ਦਾ ਨਾਮ ਮਹਾਂਪੁਰਖ ਦੱਸਦੇ ਹੈ ਕਿ ਬਾਬਾ ਰਾਮ ਰਾਏ ਜੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸੋਭਨੀਕ ਹੈ। ਜਗ ਜਨਮੇ ਕੀਰਤਪੁਰ ਮਾਹੀ। ਇਹ ਦੋਵੇਂ ਹੀ ਸਤਪੁੱਤਰ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਬਾਬਾ ਰਾਮ ਰਾਏ ਜੀ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੋਵਾਂ ਹੀ ਸਪੁੱਤਰਾਂ ਦਾ ਜਨਮ ਜਿਹੜਾ ਹੈ ਉਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ ਹੈ। ਹਿਰਦੇ ਸਰੀਰ ਸੁਖਦ ਥਲ ਤਾਹੀ। ਅਤੇ ਉਸ ਮਹਾਨ ਪਵਿੱਤਰ ਧਰਤੀ ਤੇ ਹੀ ਸਤਿਗੁਰਾਂ ਨੇ ਬਾਲ ਅਵਸਥਾ ਦੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਚੋਜ ਕੀਤਾ। ਧਰਤੀ ਉਸੇ ਤੇ ਖੇਡਣਾ ਕੀਤਾ। ਉਸੇ ਧਰਤੀ ਤੇ ਖੇਡਦਿਆਂ ਮਲਦਿਆਂ ਕੀਰਤਪੁਰ ਸਾਹਿਬ ਦੀ ਸਥਾਨ ਤੇ ਉਸ ਧਰਤੀ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਤੇ ਬਾਬਾ ਰਾਮ ਰਾਏ ਜੀਆਂ ਦੇ ਸਰੀਰ ਜਿਹੜੇ ਉਹ ਵਧੇ ਫੁੱਲੇ ਹਨ, ਵੱਡੇ ਹੋਏ ਹਨ। ਸੰਮਤ ਤ੍ਰੈ ਬਿੰਸਤ ਖਟ ਮਾਸ। ਇਸ ਤਰ੍ਹਾਂ ਕਵੀ ਜੀਆਂ ਨੇ ਜ਼ਿਕਰ ਕਰਦਿਆਂ ਬਚਨ ਕੀਤਾ ਹੈ ਕਿ 23 ਸਾਲ ਅਤੇ 6 ਮਹੀਨੇ ਦਿਵਸ 4 ਦਿਵਸ ਚਤੁਰਦਸ ਲੈ ਸੁਖ ਰਾਸ। ਅਤੇ 14 ਦਿਨ 23 ਸਾਲ 6 ਮਹੀਨੇ ਅਤੇ 14 ਦਿਨ ਸੁਖਾਂ ਦੇ ਘਰ ਗਰੀਬ ਨਵਾਜ ਪਾਤਸ਼ਾਹ ਸਾਰੀ ਸ੍ਰਿਸ਼ਟੀ ਨੂੰ ਸੁਖ ਆਨੰਦ ਵਰਤਾਉਣ ਵਾਲੇ ਗੁਰਤਾ ਗਾਦੀ ਪਰ ਥਿਤ ਰਹੇ। ਧੰਨ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ ਹਨ। ਮੇਰੇ ਪਾਤਸ਼ਾਹ ਕਿਰਪਾਲੂ ਸਤਿਗੁਰੂ ਜੀ ਸ੍ਰੀ ਹਰਿ ਰਾਏ ਦਾਸ ਦੁਖ ਦਹੀ। ਐਸੇ ਮਹਾਨ ਕਿਰਪਾਲੂ ਗਰੀਬ ਨਵਾਜ ਪਾਤਸ਼ਾਹ ਸਨ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ। ਅਨੇਕਾਂ ਹੀ ਦਾਸਾਂ ਦਾ, ਅਨੇਕਾਂ ਹੀ ਪਿਆਰਿਆਂ ਦੇ ਜਿਹੜੇ ਦੁੱਖ ਨੇ ਉਹਨਾਂ ਨੂੰ ਨਾਸ ਕੀਤਾ ਹੈ। ਜਿੰਨੇ ਵੀ ਸਤਿਗੁਰੂ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਦਰ ਦਾ ਆਸਰਾ ਤੱਕਿਆ ਉਹਨਾਂ ਨੂੰ ਸਤਿਗੁਰਾਂ ਨੇ ਆਪਣੇ ਚਰਨਾਂ ਦੇ ਨਾਲ ਲਾ ਕਰਕੇ ਸ਼ੁਭ ਗੁਣਾਂ ਦੀ ਦਾਤ ਬਖਸ਼ੀ। ਦੁੱਖਾਂ ਕਲੇਸ਼ਾਂ ਆਦਾਂ ਵਿਆਦਾਂ ਦਾ ਨਾਸ ਹੀ ਕਰ ਦਿੱਤਾ। ਸੰਮਤ 17 7 ਅਸ਼ਟਾਦਸ। ਅਤੇ ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਜਦੋਂ ਸੱਚਖੰਡ ਚਲੇ ਗਏ ਔਰ ਉਹ ਸਮੇਂ ਸਮਤ ਜਿਹੜੀ ਸੀ 1718 ਕਾਰਤਿਕ ਵੱਧ ਨਵਮੀ ਮੈਂ ਸੁਖ ਬਸ। ਅਤੇ ਕੱਤਕ ਵਧੀ ਨੌਵੀਂ ਵਾਲੇ ਦਿਨ ਗਰੀਬ ਨਵਾਜ ਪਾਤਸ਼ਾਹ ਜੀ ਸ੍ਰੀ ਹਰਿਕ੍ਰਿਸ਼ਨ ਤਖਤ ਗੁਰੇ ਆਈ। ਉਸ ਦਿਨ ਤੱਕ ਸਤਿਗੁਰੂ ਜੀ ਸਰੀਰ ਕਰਕੇ ਸੰਸਾਰ ਤੇ ਵੀ ਰਹੇ ਅਤੇ ਗੁਰਤਾ ਗੱਦੀ ਦੀ ਜਿਹੜੀ ਵਡਿਆਈ ਬਖਸ਼ਿਸ਼ ਹੈ ਕੱਤਕ ਵਧੀ ਨੌਵੀਂ ਨੂੰ ਸੁਖਾਂ ਦੇ ਘਰ ਗਰੀਬ ਨਵਾਜ ਪਾਤਸ਼ਾਹ ਜੀਆਂ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਉਹਨਾਂ ਨੂੰ ਵਡਿਆਈ ਬਖਸ਼ਿਸ਼ ਕਰਕੇ ਬੈਠੇ ਸਿਸ ਆਤ ਬੈਸ ਸੁਹਾਈ। ਅਤੇ ਬਾਲ ਅਵਸਥਾ ਦੇ ਵਿੱਚ ਗੁਰੂ ਬਣ ਕਰਕੇ ਤਖਤ ਤੇ ਬਿਰਾਜਮਾਨ ਹੋ ਕਰਕੇ ਸੋਭਾ ਪਾਈ ਹੈ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ। ਦਿੱਲੀ ਮਹਿ ਗਮਨੇ ਕਿਸ ਹੇਤੁ। ਅਤੇ ਫਿਰ ਕਿਸੇ ਕਾਰਜ ਵਾਸਤੇ ਸਿੱਖਾਂ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਦਿਆਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਭਾਵੇਂ ਬਾਲ ਅਵਸਥਾ ਦੇ ਵਿੱਚ ਸਨ ਚੋਜੀ ਪ੍ਰੀਤਮ ਸਤਿਗੁਰੂ ਉਹਨਾਂ ਨੇ ਫਿਰ ਕੀਰਤਪੁਰ ਸਾਹਿਬ ਤੋਂ ਦਿੱਲੀ ਨੂੰ ਜਾਣਾ ਕੀਤਾ। ਤਹ ਤਨ ਤਿਆਗਿਓ ਕਿਰਪਾ ਨਕੇਤੁ। ਅਤੇ ਦਿੱਲੀ ਦੀ ਧਰਤੀ ਤੇ ਕਿਰਪਾ ਦੇ ਘਰ ਗਰੀਬ ਨਵਾਜ ਪਾਤਸ਼ਾਹ ਜੀਆਂ ਨੇ ਆਪਣੇ ਨੂੰ ਸੱਚਖੰਡ ਜਾਣਾ ਕੀਤਾ ਹੈ। ਉੱਥੇ ਆਪਣੇ ਸਰੀਰ ਦਾ ਜਿਹੜਾ ਚੋਲਾ ਸੀ ਉਸ ਨੂੰ ਤਿਆਗਣਾ ਕੀਤਾ ਹੈ। ਯੁਗ ਸੰਮਤ ਅਰ 5 ਮਹੀਨੇ। ਅਤੇ ਭਾਈ ਰਾਮ ਕੌਰ ਜੀ ਮਹਾਂਪੁਰਖ ਕਹਿੰਦੇ ਨੇ 2 ਸਾਲ ਅਤੇ 5 ਮਹੀਨੇ। ਦਿਨ 19 ਗੁਰਤਾ ਪਦ ਕੀਨੇ। 19 ਦਿਨ ਉੱਪਰ ਲਾਓ ਕਿ ਗੁਰਤਾ ਗੱਦੀ ਤੇ ਉੱਪਰ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੁਭਾਏਮਾਨ ਰਹਿ ਕਰਕੇ ਜੀਵਾਂ ਦਾ ਭਲਾ ਕੀਤਾ। 2 ਸਾਲ 5 ਮਹੀਨੇ ਅਤੇ 19 ਦਿਨ ਸਤਿਗੁਰੂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ। ਦੋਹਰਾ
ਸੰਮਤ 17 ਸਹਿਬਤੇ ਉਪਰ ਬੀਸੁਰ ਏਕ। ਅਤੇ ਇੱਥੇ ਭਾਈ ਰਾਮ ਕੌਰ ਦੀਆਂ ਬਚਨ ਕਰਦਿਆਂ ਜ਼ਿਕਰ ਕੀਤਾ ਕਿ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ 1721 ਸੰਮਤ ਨੂੰ ਚੇਤ ਸੁਦੀ 14 ਦਿਵਸ ਸ੍ਰੀ ਗੁਰ ਜਲਦ ਬਿਬੇਕ। ਅਤੇ ਚੇਤ ਸੁਦੀ 14 ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਗਿਆਨ ਦੇ ਘਰ ਕਿਰਪਾ ਦੇ ਸਾਗਰ ਮੇਰੇ ਪਾਤਸ਼ਾਹ ਚਾਉ ਪਈ ਏਕ ਜਾਮ ਖਟ ਘਟੀ ਬਿਤਾਏ। ਜਦੋਂ ਇੱਕ ਪਹਿਰ ਅਤੇ 6 ਘੜੀਆਂ ਰਾਤ ਉੱਪਰ ਇਸ ਦਿਨ ਚਲੀ ਗਈ ਨਿਸਾ ਵਿਖੇ ਸ੍ਰੀ ਗੁਰੂ ਸਮਾਏ। ਅਤੇ ਰਾਤ ਦੇ ਸਮੇਂ ਚੋਜੀ ਪ੍ਰੀਤਮ ਸਤਿਗੁਰੂ ਪਾਤਸ਼ਾਹ ਜੀ ਸੱਚਖੰਡ ਨੂੰ ਚੱਲੇ ਹਨ। ਬਾਬਾ ਕਹਿਓ ਬਕਾਲੇ ਮਾਹੇ। ਜਦੋਂ ਸਤਿਗੁਰੂ ਜੀ ਸੱਚਖੰਡ ਨੂੰ ਜਾ ਰਹੇ ਸੀ ਤੇ ਆਪਣੇ ਪਾਵਨ ਮੁਖਾਰ ਬਿੰਦ ਤੋਂ ਬਚਨ ਕਰ ਦਿੱਤਾ ਕਿ ਬਾਬਾ ਬਸਹਿ ਗ੍ਰਾਮ ਬਕਾਲੇ, ਕਿ ਭਾਵ ਸਾਡੇ ਤੋਂ ਅੱਗੇ ਆਉਣ ਵਾਲੇ ਜਿਹੜੇ ਗੁਰਤਾ ਗੱਦੀ ਤੇ ਵਿਰਾਜਮਾਨ ਹੋਣਾ ਹੈ ਜਿਨ੍ਹਾਂ ਸਤਿਗੁਰਾਂ ਨੇ, ਉਹ ਗ੍ਰਾਮ ਬਾਬੇ ਬਕਾਲੇ ਵਿਖੇ ਬਕਾਲੇ ਨਗਰ ਦੇ ਵਿੱਚ ਹਨ। ਇਸ ਤਰ੍ਹਾਂ ਬਚਨ ਕਹਿਣਾ ਕੀਤਾ ਸੀ ਸੱਚਖੰਡ ਜਾਣ ਤੋਂ ਪਹਿਲਾਂ। ਸਤਿਗੁਰ ਤੇਗ ਬਹਾਦਰ ਤਾਹੇ। ਅਤੇ ਇੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਕਾਲੇ ਨਗਰ ਦੀ ਧਰਤੀ ਤੇ ਗਰੀਬ ਨਵਾਜ ਪਾਤਸ਼ਾਹ ਬਰਾਜੇ ਸਨ। ਹਰਪਤ ਪਏ ਤਿਨਹਿ ਗੁਰ ਆਏ। ਅਤੇ ਸਤਿਗੁਰਾਂ ਦਾ ਹੁਕਮ ਪਾ ਕਰਕੇ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਹੁਕਮ ਲੈ ਕਰਕੇ ਉਹਨਾਂ ਦੇ ਹੁਕਮ 'ਤੇ ਪਹਿਰਾ ਦਿੰਦਿਆਂ ਗੁਰਤਾ ਗੱਦੀ ਦੀ ਜਿਹੜੀ ਵਡਿਆਈ ਸੀ ਉਹ ਆਣ ਕਰਕੇ ਸਿੱਖਾਂ ਨੇ 5 ਪੈਸੇ ਅਤੇ ਨਾਰੀਅਲ ਭੇਟ ਕਰਕੇ ਉਹ ਮਰਿਆਦਾ ਪੂਰੀ ਕੀਤੀ ਹੈ। ਤਖਤ ਵਿਰਾਜੇ ਸਿੱਖ ਸੁਖਦਾਈ। ਸਾਰੇ ਸਿੱਖਾਂ ਨੂੰ ਸੁਖ ਦੇਣ ਵਾਲੇ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਚੋਜੀ ਪ੍ਰੀਤਮ ਗਰੀਬ ਨਵਾਜ ਗੁਰਤਾ ਗੱਦੀ ਦੇ ਉੱਪਰ ਵਿਰਾਜਮਾਨ ਹੋਏ। ਸ੍ਰੀ ਗੁਰੂ ਹਰਗੋਬਿੰਦ ਕੇ ਨੰਦ। ਅਤੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪੁੱਤਰ ਹਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਸੋਢੀ ਬੰਸ ਗਗਨ ਕੇ ਚੰਦ। ਅਤੇ ਜਿਹੜੀ ਸੋਢੀ ਬੰਸ ਹੈ ਆਕਾਸ਼ ਦੀ ਤਰ੍ਹਾਂ ਉਹਦੇ ਵਿੱਚ ਚੰਦ ਸਰੂਪ ਨੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਮਾਤ ਨਾਨਕੀ ਜਿਨ ਕੀ ਜਾਣ। ਅਤੇ ਆਪਣੇ ਮਾਤਾ ਜੀ ਮਾਤਾ ਨਾਨਕੀ ਜੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਰਦੇ ਹਨ। ਜਨਮ ਸੁਧਾਸੁਰਪੁਰ ਕੇ ਥਾਨ। ਅਤੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਭਾਈ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਇੱਥੇ ਹੋਇਆ ਹੈ। ਸ੍ਰੀ ਗੁਜਰੀ ਮਹਿਲਾ ਸ਼ੁਭ ਵਿਆਹੀ। ਅਤੇ ਇਹਨਾਂ ਦੇ ਜਿਹੜੇ ਮਹਿਲ ਸਨ ਅੱਗੇ ਉਹਨਾਂ ਦਾ ਨਾਮ ਸਾਡੇ ਸਤਿਕਾਰਯੋਗ ਮਾਤਾ ਗੁਜਰੀ ਜੀ ਸਨ। ਸੋ ਜਿਨ੍ਹਾਂ ਨੂੰ ਮਾਤਾ ਗੁਜਰ ਕੌਰ ਜੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ, ਉਹਨਾਂ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਸ਼ੁਭ ਵਿਵਾਹ ਆਨੰਦ ਕਾਰਜ ਹੋਇਆ ਹੈ। ਤਪ ਕੋ ਤੇਜ ਪੁੰਜ ਜਿਨ ਮਾਹੀ। ਇਸ ਤਰ੍ਹਾਂ ਮਾਨੋ ਕਿ ਉਹ ਜਪ ਤਪ ਦੇ ਧਨੀ ਨੇ, ਜਪ ਤਪ ਦਾ ਹੀ ਕਾਰਖਾਨਾ, ਬਹੁਤ ਜ਼ਿਆਦਾ ਸਿਮਰਨ ਅਭਿਆਸ ਨਾਮ ਸਿਮਰਨ ਬੰਦਗੀ ਭਗਤੀ ਕਰਦੇ ਨੇ, ਜਪ ਤਪ ਦਾ ਹੀ ਕਾਰਖਾਨਾ। ਤਿਨ ਕੇ ਪੁੱਤਰ ਭਏ ਵੱਡ ਸੂਰੇ। ਉਹਨਾਂ ਦੇ ਪੁੱਤਰ ਅੱਗੇ ਬਹੁਤ ਵੱਡੇ ਮਹਾਨ ਸੂਰਬੀਰ ਹੋਏ ਹਨ। ਤੇਗ ਤੇਗ ਦੁਹੂਨ ਕੇ ਪੂਰੇ। ਅਤੇ ਮਹਾਂਪੁਰਖ ਕਹਿੰਦੇ ਨੇ ਮਾਤਾ ਗੁਜਰ ਕੌਰ ਜੀ ਦੇ ਪੁੱਤਰ ਦੇਗ ਅਤੇ ਤੇਗ ਦੇ ਵੀ ਧਨੀ ਸਨ। ਜਿੱਥੇ ਉਹ ਮਹਾਨ ਸੂਰਬੀਰ ਸੀ, ਸ਼ਸਤਰਧਾਰੀ ਸਨ, ਜਿਨ ਤਰ ਕਲਗੇ ਸਤਰ ਵਿਧਾਰੇ। ਜਿਨ੍ਹਾਂ ਨੇ ਆਪਣੇ ਪਾਵਨ ਸੀਸ ਦੇ ਉੱਤੇ ਕਲਗੀ ਧਾਰਨ ਕਰਕੇ ਨੇਕਾਂ ਹੀ ਜਿਹੜੇ ਧਰਮ ਦੇ ਦੁਖੀ ਸਨ, ਪਾਪੀ ਲੋਭੀ ਨਿੰਦਕ ਲੋਕ ਗੁਰੂ ਘਰ ਦੇ, ਉਹਨਾਂ ਬਹੁਤ ਜ਼ਿਆਦਾ ਨਿੰਦਕਾਂ ਨੂੰ ਮਾਰਨਾ ਕੀਤਾ ਹੈ। ਤੁਰਕ ਪਹਾੜੀ ਅਰੇ ਸੋ ਮਾਰੇ। ਜਿਹੜੇ ਤੁਰਕ ਲੋਕ ਸਨ, ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਦੇ ਨਾਲ ਵੈਰ ਕਰਦੇ ਸੀ, ਉਹਨਾਂ ਨੂੰ ਵੀ ਮਾਰਨਾ ਕੀਤਾ। ਪਹਾੜੀ ਰਾਜੇ ਜਿਹੜੇ ਗੁਰੂ ਘਰ ਦੇ ਨਾਲ ਵੈਰ ਕਮਾਉਂਦੇ ਸੀ, ਇਹਨਾਂ ਦੇ ਨਾਲ ਵੀ ਜੰਗ ਲੜੇ ਹਨ।
ਇਹਨਾਂ ਨੂੰ ਵੀ ਮੌਤ ਦੇ ਘਾਟ ਆਪਣੇ ਬਲ ਦੇ ਨਾਲ ਉਤਾਰਿਆ ਹੈ। ਜਿਮ ਸ੍ਰੀ ਤੇਗ ਬਹਾਦਰ ਭਏ, ਇਸ ਤਰ੍ਹਾਂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਰਪਾਲੂ ਸਤਿਗੁਰੂ ਜੀ ਹੋਏ ਹਨ। ਦਾਸ ਅਨੇਕ ਉਦਾਹਰਨ ਕਏ, ਅਨੇਕਾਂ ਹੀ ਦਾਸਾਂ ਦਾ ਭਲਾ ਕੀਤਾ, ਅਨੇਕਾਂ ਹੀ ਦਾਸਾਂ ਦੇ ਬੇੜਿਆਂ ਨੂੰ ਪਾਰ ਲਾਇਆ ਹੈ। ਸੰਮਤ 10 ਅਰ ਸਬਤ ਮਹੀਨਾ, ਅਤੇ 10 ਸਾਲ ਤੇ 7 ਮਹੀਨੇ ਦਿਨ 21 ਗੁਰਤਾ ਪਦ ਲੀਨਾ। ਉੱਪਰ 21 ਦਿਨ ਗੁਰਤਾ ਗੱਦੀ ਦੇ ਉੱਪਰ ਖਜੂਰ ਬਿਰਾਜਮਾਨ ਰਹੇ, ਸੁਭਾਏਮਾਨ ਰਹੇ ਨੇ। 10 ਸਾਲ ਅਤੇ 7 ਮਹੀਨੇ 21 ਦਿਨ ਮੇਰੇ ਪਾਤਸ਼ਾਹ ਗੁਰਤਾ ਗੱਦੀ ਤੇ ਸੁਭਾਏਮਾਨ ਹੋ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਅਨੇਕਾਂ ਹੀ ਜੀਵਾਂ ਦਾ ਭਲਾ ਕੀਤਾ, ਅਨੇਕਾਂ ਹੀ ਜੀਵਾਂ ਦਾ ਉਧਾਰ ਕੀਤਾ ਹੈ। ਤਨ ਤਿਆਗਣ ਕੋ ਸਮੋ ਸੁਪਾਏ, ਜਦੋਂ ਫਿਰ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਜਾਣਿਆ ਹੈ ਕਿ ਹੁਣ ਸਾਡਾ ਸੱਚਖੰਡ ਜਾਣ ਦਾ ਸਮਾਂ ਹੈ। ਤੁਰਕੇਸ਼ਵਰ ਸਿਰ ਦੋਸ ਚੜਾਏ, ਫਿਰ ਜਿਹੜਾ ਤੁਰਕਾਂ ਦਾ ਬਾਦਸ਼ਾਹ ਸੀ ਨਰੰਗਾ, ਉਹਦੇ ਸਿਰ ਦੇ ਉੱਤੇ ਦੋਸ਼ ਜਿਹੜਾ ਲਾ ਕਰਕੇ ਮੜ ਕਰਕੇ ਹਿੰਦਵਾਨੇ ਕੀ ਰਾਖਣ ਕਾਣ, ਜਿਹੜੇ ਹਿੰਦੂ ਲੋਕ ਸ਼ਰਨ ਲੈਣ ਵਾਸਤੇ ਆਏ ਸਨ ਕਿ ਮਹਾਰਾਜ ਸਾਡਾ ਧਰਮ ਖਤਰੇ ਵਿੱਚ ਹੈ ਤੇ ਆਪ ਜੀ ਕਿਰਪਾ ਕਰੋ, ਸਾਡੀ ਰੱਖਿਆ ਕਰੋ, ਉਹਨਾਂ ਲੋਕਾਂ ਦੀ, ਮਜਲੂਮ ਲੋਕਾਂ ਦੀ ਰੱਖਿਆ ਕਰਨ ਵਾਸਤੇ ਤੁਰਕਾਂ ਦੇ ਸਿਰ ਦੇ ਵਿੱਚ ਆਪਣੇ ਸੱਚਖੰਡ ਜਾਣ ਦਾ, ਸ਼ਹੀਦੀ ਦਾ ਦੋਸ਼ ਮੜ ਕਰਕੇ ਦਿਓ ਸੀਸ ਜਨ ਦੁ ਕਰ ਕੈ ਦਾਨ। ਇਹ ਜਿਹੜੇ ਮਜਲੂਮ ਲੋਕ ਸਨ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਦਾ ਆਸਰਾ ਧੱਕਿਆ, ਇਹਨਾਂ ਨੂੰ ਸਤਿਗੁਰਾਂ ਨੇ ਆਪਣੇ ਸੀਸ ਦਾ ਹੀ ਦਾਨ ਦੇ ਦੇਣਾ ਕੀਤਾ। ਜਾ ਕਰਕੇ ਸ਼ਰਨ ਧੱਕੀ, ਆਸਰਾ ਧੱਕਿਆ ਨਾ, ਮਹਾਰਾਜ ਤੁਸੀਂ ਕਿਰਪਾ ਕਰੋ, ਸਾਡੀ ਝੋਲੀ ਦੇ ਵਿੱਚ ਤੁਸੀਂ ਮਹਾਰਾਜ ਖੈਰ ਪਾਓ। ਤਾਂ ਪਾਤਸ਼ਾਹ ਜੀਆਂ ਨੇ ਆਪਣੇ ਸੀਸ ਦਾ ਦਾਨ ਦੇ ਕਰਕੇ ਇਹਨਾਂ ਦਾ ਧਰਮ ਬਚਾਇਆ ਹੈ। ਸੰਮਤ 17 ਸਹਸ 32, ਅਤੇ ਇਸ ਤਰ੍ਹਾਂ 1732 ਸੰਮਤ ਨੂੰ ਮੰਗ ਸਿਰ ਸੁਦੀ ਪੰਚਮੀ ਬੀਥੀਸ, ਅਤੇ ਮੱਘਰ ਸੁਦੀ ਪੰਚਮੀ ਵਾਲੇ ਦਿਨ ਸੁਰਗੁਰ ਦਿਵਸ ਜਾਮ ਜੁਗ ਆਵਾ। ਤੇ ਵੀਰਵਾਰ ਦਾ ਦਿਨ ਸੀ ਤੇ ਜਦੋਂ 2 ਪਹਿਰ ਜਿਹੜਾ ਦਿਨ ਉਹ ਬੀਤ ਚੁੱਕਾ ਹੈ। ਉੱਪਰ ਘਟਕਾ ਏਕ ਬਿਤਾਵਾ, ਅਤੇ 2 ਪਹਿਰ 1 ਘੜੀਆਂ ਇਹ ਦਿਨ ਜਿਹੜਾ ਸੀ ਉਹ ਵੀ ਜਦੋਂ ਬਤੀਤ ਹੋ ਗਿਆ। ਸਤਿਗੁਰ ਤੇਗ ਬਹਾਦਰ ਰਾਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਪਾਤਸ਼ਾਹ ਕਿਰਪਾ ਦੇ ਘਰ ਗਰੀਬ ਨਵਾਜ ਦਿੱਲੀਪੁਰ ਮੈਂ ਮਿਸ ਦਿਖਰਾਏ। ਤੇ ਆਪ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਦਿੱਲੀ ਦੀ ਨਗਰੀ ਤੇ ਦਿੱਲੀ ਸ਼ਹਿਰ ਵਿਖੇ ਗਰੀਬ ਨਵਾਜ ਸਤਿਗੁਰਾਂ ਨੇ ਆਪਣੇ ਸੀਸ ਦਾ ਦਾਨ ਦੇ ਕਰਕੇ ਕੌਤਕ ਕੀਤਾ ਹੈ। ਤਨ ਕੋ ਤਿਆਗ ਬਿਕੁੰਠ ਸੁਧਾਰੇ, ਆਪਣੇ ਸੀਸ ਦਾ ਦਾਨ ਦੇ ਕਰਕੇ ਜਿਹੜਾ 5 ਭੌਤਿਕ ਸਰੀਰ ਸੀ ਇਸ ਚੋਲੇ ਨੂੰ ਲਾਹ ਕਰਕੇ ਮੇਰੇ ਪਾਤਸ਼ਾਹ ਜੀ ਸੱਚਖੰਡ ਨੂੰ ਚਲੇ ਗਏ, ਸ਼ਹੀਦੀ ਪਾ ਗਏ। ਦੇਵਨ ਜੈ ਜੈ ਸ਼ਬਦ ਉਚਾਰੇ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸੰਸਾਰ ਤੇ ਸ਼ਹੀਦੀ ਪਾ ਕਰਕੇ ਮੱਘਰ ਸੁਦੀ ਪੰਚਮੀ ਨੂੰ ਵੀਰਵਾਰ ਵਾਲਾ ਦਿਨ ਹੈ, 2 ਪਹਿਰ ਦਿਨ ਉੱਪਰ ਗਿਆ, 1 ਘੜੀ ਉੱਤੇ ਬਤੀਤ ਹੋਈ, ਤਾਂ ਸਤਿਗੁਰੂ ਪਾਤਸ਼ਾਹ ਜੀ ਸ਼ਹਾਦਤ ਦੇ ਕਰਕੇ ਜਦੋਂ ਆਪਣੇ ਸੱਚਖੰਡ ਧਾਮ ਨੂੰ ਗਏ ਤੇ ਜਿਹੜੇ ਦੇਵਤੇ ਲੋਕ ਸੀ ਇਹਨਾਂ ਨੇ ਜੈ ਜੈਕਾਰ ਸਤਿਗੁਰਾਂ ਦੀ ਕੀਤੀ ਹੈ। ਅੰਧ ਧੁੰਦ ਜਗ ਖਰ ਪਰ ਪਰਿਉ, ਅਤੇ ਸਾਰੇ ਪਾਸੇ ਇਹਨਾਂ ਦਿੱਲੀ ਸ਼ਹਿਰ ਦੇ 4 ਚਫੇਰੇ ਸਾਰੇ ਦੇਸ਼ ਦੇ ਵਿੱਚ ਹੀ ਸੋ ਘਬਰਾਹਟ ਜੀ 4 ਚਫੇਰੇ ਫੈਲ ਗਈ ਵੀ ਇਹ ਕੀ ਖੇਲ ਵਰਤਾਇਆ ਇਹ ਸਤਿਗੁਰਾਂ ਨੇ। ਤੁਰਕਣ ਵਿਖਿਆ ਤਰਾਸ ਬਹੁ ਕਰਿਉ, ਬਹੁਤ ਜ਼ਿਆਦਾ ਤੁਰਕਾਂ ਦੇ ਵਿੱਚ ਡਰ ਫੈਲ ਗਿਆ। 4 ਚਫੇਰੇ ਜਿਹੜਾ ਡਰ ਸੀ ਉਹ ਮੰਡਰਾਉਂਦਾ ਹੈ। ਦਿੱਲੀਪੁਰ ਕੋ ਤਿਆਗ ਨਰੰਗਾ, ਫਿਰ ਉਸ ਸਮੇਂ ਤੋਂ ਦਿੱਲੀ ਸ਼ਹਿਰ ਨੂੰ ਛੱਡ ਕਰਕੇ ਤੇ ਜਿਹੜਾ ਨਰੰਗਾ ਬਾਦਸ਼ਾਹ ਹੈ ਸੋ ਇਹਨੇ ਦਿੱਲੀ ਸ਼ਹਿਰ ਜਿਹੜਾ ਉਹਨੂੰ ਛੱਡਣਾ ਕੀਤਾ ਹੈ, ਕਿਉਂਕਿ ਸਾਰੇ ਪਾਸੇ ਦਿੱਲੀ ਸ਼ਹਿਰ ਦੇ ਰੌਲਾ ਪਿਆ ਹੈ। ਹਾਏ ਹਾਏ ਸਭ ਕਰ ਨਰ ਨਾਰੀ, ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਸ਼ਹੀਦੀ ਪਾ ਗਏ ਤੇ ਸਾਰੇ ਦਿੱਲੀ ਦੇ ਜਿਹੜੇ ਇਸਤਰੀਆਂ ਮਨੁੱਖ ਸਨ
ਉਹਨਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਸੀ ਵੀ ਇਹ ਬਹੁਤ ਮਾੜਾ ਕੀਤਾ ਹੈ ਬਾਦਸ਼ਾਹ ਨੇ। ਤੁਰਕੇਸ਼ਵਰ ਕੋ ਦੈਂ ਬਹੁਗਾਰੀ, ਬਹੁਤ ਜ਼ਿਆਦੇ ਲੋਕ ਜਿਹੜੇ ਨੇ ਉਹ ਤੁਰਕਾਂ ਦਾ ਬਾਦਸ਼ਾਹ ਨਰੰਗਾ ਉਹਨੂੰ ਗਾਲਾਂ ਵੀ ਕੱਢਦੇ ਨੇ, ਮੰਦਾ ਚੰਗਾ ਵੀ ਬੋਲਦੇ ਹਨ। ਤਿਸ ਦਿਨ ਤੇ ਉੱਤਮ ਨਰ ਜਾਨਾ, ਜਦੋਂ ਤੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਸ਼ਹੀਦੀ ਹੋਈ, ਉਸੇ ਦਿਨ ਤੋਂ ਜਿਹੜੇ ਉੱਤਮ ਮੱਤ ਵਾਲੇ ਸੀ, ਸ੍ਰੇਸ਼ਟ ਮੱਤ ਵਾਲੇ ਮਨੁੱਖ, ਉਹਨਾਂ ਨੇ ਜਾਣ ਲਿਆ ਹੈ ਹੱਥ ਭਾਰਾਜ ਤੇਜ ਤੁਰਕਾਨਾ, ਅਤੇ ਸਾਰਿਆਂ ਜਾਣ ਲੈਣਾ ਕੀਤਾ ਹੈ ਵੀ ਹੁਣ ਤੁਰਕਾਂ ਦਾ ਰਾਜ ਦਾ ਜਿਹੜਾ ਤੇਜ ਪ੍ਰਤਾਪ ਹੈ ਇਹਦਾ ਨਾਸ ਹੋ ਜਾਵੇਗਾ। ਦਿੱਲੀਪੁਰ ਕੋ ਤਿਆਗ ਨਰੰਗਾ, ਉਸ ਸਮੇਂ ਤੋਂ ਮੁੜ ਕੇ ਜਿਹੜਾ ਨਰੰਗਾ ਬਾਦਸ਼ਾਹ ਸੀ ਦਿੱਲੀ ਦਾ, ਇਹਨੇ ਦਿੱਲੀ ਨੂੰ ਛੱਡ ਕਰਕੇ ਬਾਹਰ ਨਿਕਸ ਰਹਿਓ ਡਰ ਸੰਗਾ, ਬੜੇ ਡਰ ਦੇ ਸਹਿਤ ਬਾਹਰ ਆਪਣੇ ਹੋਰ ਹੀ ਟਿਕਾਣਿਆਂ ਤੇ ਜਾ ਕੇ ਰਹਿਣ ਲੱਗ ਪਿਆ। ਪ੍ਰਵੇਸ਼ਿਓ ਪੁਰਨਾ ਆਏ ਕਾ ਸੋਇਓ, ਫੇਰ ਨਾ ਤਾਂ ਕਦੇ ਦਿੱਲੀ ਆ ਕਰਕੇ ਇਹਨੇ ਪ੍ਰਵੇਸ਼ ਕੀਤਾ ਤੇ ਨਾ ਹੀ ਕਦੇ ਦਿੱਲੀ ਆਣ ਕਰਕੇ ਆਪਣੇ ਮਹਿਲਾਂ ਦੇ ਵਿੱਚ ਆਣ ਕਰਕੇ ਇਹਨੇ ਆਰਾਮ ਹੀ ਕੀਤਾ ਹੈ। ਬੜ ਪਾਪੀ ਨਿਜ ਸਭ ਕੁਛ ਖੋਇਓ, ਅਤੇ ਏਡਾ ਵੱਡਾ ਮਹਾਨ ਮਹਾਂ ਪਾਪੀ ਦੁਸ਼ਟ ਮਤ ਵਾਲਾ ਇਹ ਨਰੰਗਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਸ਼ਹੀਦ ਕਰਕੇ ਆਪਣਾ ਸਾਰਾ ਮੂਲ ਮੋਢੀ ਪੁੱਟ ਲਿਆ। ਸਤਿਗੁਰ ਕੋ ਕਰ ਕੈ ਅਪਰਾਧੂ, ਇਹ ਸਤਿਗੁਰਾਂ ਦੀ ਸ਼ਹੀਦੀ ਪਾ ਕਰਕੇ, ਸਤਿਗੁਰਾਂ ਨੂੰ ਸ਼ਹੀਦ ਕਰਕੇ ਇਹਨੇ ਬਹੁਤ ਵੱਡਾ ਅਪਰਾਧ ਕਮਾਇਆ। ਹੋਇਓ ਸ੍ਰੀਹਤ ਦੁਸ਼ਟ ਅਸਾਧੂ, ਅਤੇ ਇਸ ਤਰ੍ਹਾਂ ਇਹ ਜਿਹੜਾ ਦੁਸ਼ਟ ਹੈ ਨਰੰਗਾ, ਇਹਨੇ ਮੰਨ ਲਓ ਵੀ ਆਪਣੇ ਆਪ ਨੂੰ ਤਬਾਹ ਕਰ ਲਿਆ, ਆਪਣੀ ਵਿਭੂਤੀ ਨੂੰ ਤਬਾਹ ਕਰ ਲਿਆ, ਨਾਸ ਕਰ ਲਿਆ। ਬਾਦਸ਼ਾਹਤ ਬਹੁ ਪੁਸ਼ਤਨ ਕੇਰੀ, ਬੜੇ ਲੰਮੇ ਸਮੇਂ ਤੋਂ ਇਹ ਆਪਣੇ ਵੱਡੇ ਵਡੇਰਿਆਂ ਤੋਂ ਲੈ ਕਰਕੇ ਰਾਜ ਭਾਗ ਕਰਦੇ ਆ ਰਹੇ ਸਨ, ਬਾਦਸ਼ਾਹ ਸਨ। ਸਭ ਜਗ ਦੋਹੀ ਫਿਰਹਿ ਕਨੇਰੀ, ਸਾਰੇ ਪਾਸੇ ਸਾਰੇ ਇਲਾਕਿਆਂ ਦੇ ਵਿੱਚ ਸਾਰੇ ਥਾਵਾਂ ਤੇ ਇਹਦਾ ਹੁਕਮ ਚੱਲਦਾ ਹੈ। ਸੁਰਪਤ ਸਮ ਐਸ਼ਵਰਜ ਪ੍ਰਕਾਸ਼ਾ, ਅਤੇ ਇੰਦਰ ਦੇ ਰਾਜੇ ਦੇ ਸਮਾਨ ਇਹ ਸਾਰੇ ਜਿਹੜੇ ਸੁਖ ਇਹ ਭੋਗਦਾ ਸੀ। ਗੁਰੂ ਦਰੋਹ ਤੇ ਕੀਨ ਸਨਾਸ਼ਾ, ਜਦੋਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀਆਂ ਨੂੰ ਇਹਨੇ ਸ਼ਹੀਦ ਕਰਨਾ ਕੀਤਾ, ਬਹੁਤ ਜ਼ਿਆਦਾ ਜਿਹੜੇ ਉਹ ਦੂਸਰੇ ਮਜ਼ਲੂਮ ਲੋਕਾਂ ਤੇ ਜ਼ੁਲਮ ਕੀਤਾ ਤੇ ਸਤਿਗੁਰਾਂ ਨੂੰ ਸ਼ਹੀਦ ਕੀਤਾ। ਇਹ ਸਾਰੇ ਜਿਹੜਾ ਧਰੋਹ ਸੀ ਇਹਨੇ ਗੁਰੂ ਘਰ ਦੇ ਨਾਲ ਕਮਾਇਆ, ਇਹਦੇ ਸਾਰੇ ਰਾਜ ਭਾਗ ਨੂੰ, ਤੇਜ ਪ੍ਰਤਾਪ ਨੂੰ ਨਾਸ ਹੀ ਕਰ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਪਾਸ਼ੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਸ਼ਹੀਦੀ ਤੋਂ ਬਾਅਦ ਵਿੱਚ ਸ੍ਰੀ ਗੋਬਿੰਦ ਸਿੰਘ ਭੇ ਗੁਰ ਆਸ਼ੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਮਰੱਥ ਸਤਿਗੁਰੂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਸਨ। ਸ੍ਰੀ ਗੁਜਰੀ ਤੇ ਜਨਮ ਲਿਓ ਹੈ, ਧੰਨ ਸਤਿਗੁਰੂ ਕਲਗੀਧਰ ਗਰੀਬ ਨਵਾਜ ਪਾਤਸ਼ਾਹ ਜੀਆਂ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਮਾਤਾ ਗੁਜਰ ਕੌਰ ਦੀ ਕੁੱਖ ਤੋਂ ਜਨਮ ਧਾਲਿਆ ਹੈ, ਪ੍ਰਕਾਸ਼ ਧਾਰਨ ਕੀਤਾ ਹੋਰ ਹੈ। ਪਟਨੇ ਮੈਂ ਖੇਲ ਕੀਓ ਹੈ, ਫਿਰ ਪਟਨਾ ਸਾਹਿਬ ਦੀ ਧਰਤੀ ਤੇ ਗਰੀਬ ਨਵਾਜ ਪਾਤਸ਼ਾਹ ਜੀਆਂ ਨੇ ਆਪਣੀ ਬਾਲ ਲੀਲਾ ਕੀਤੀ, ਬਾਲ ਕੌਤਕ ਰਚਾਏ ਨੇ ਪਾਤਸ਼ਾਹ ਜੀਆਂ। ਪ੍ਰਦਿਓ ਸਰੀਰ ਬਹੁਰ ਚਲੇ ਆਏ, ਜਦੋਂ ਫਿਰ ਇਸ ਤਰ੍ਹਾਂ ਕੁਝ ਸਾਲ ਸਮਾਂ ਬਤੀਤ ਹੋਇਆ ਤੇ ਫਿਰ ਪਟਨਾ ਸਾਹਿਬ ਦੀ ਜਿਹੜੀ ਧਰਤੀ ਹੈ ਉਸ ਨੂੰ ਛੱਡ ਕਰਕੇ ਆ ਗਏ। ਮਦਰ ਦੇਸ ਨਿਰਖੇ ਹਰ ਖਾਏ, ਅਤੇ ਮਦਰ ਦੇਸ਼ ਇੱਧਰ ਪੰਜਾਬ ਵਾਲੇ ਪਾਸੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਣ ਕਰਕੇ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਥਾਨ ਵੇਖ ਕਰਕੇ ਬੜੇ ਖੁਸ਼ ਹੋਏ ਨੇ, ਨਗਰੀ ਨੂੰ ਵੇਖ ਕਰਕੇ। ਤੀਨ ਭਾਰਜਾ ਜਿਨ ਘਰ ਹੋਈ, ਅਤੇ ਸਤਿਗੁਰਾਂ ਦੇ ਤਿੰਨ ਜਿਹੜੇ ਉਹ ਮਹਿਲ ਹੋਏ ਹਨ। ਨਾਮ ਅਜੀਤੋ ਦੀਰਘ ਸੋਏ, ਜਿਹੜੇ ਮਾਤਾ ਜੀਤੋ ਜੀ ਨੇ ਉਹ ਵੱਡੇ ਹਨ, ਉਹ ਪਹਿਲਾਂ ਉਹਨਾਂ ਦਾ ਆਨੰਦ ਵਿਆਹ ਸ਼ੁਭ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਹੋਇਆ ਹੈ। ਪੁੱਤਰ ਤੀਨ ਉਪਜੇ ਬਲ ਭਾਰੀ, ਅਤੇ ਇਹਨਾਂ ਦੀ ਕੁੱਖ, ਪਾਵਨ ਕੁੱਖ ਦੇ ਵਿੱਚੋਂ
ਤਿੰਨ ਸਾਹਿਬਜ਼ਾਦੇ ਸਤਿਗੁਰਾਂ ਦੇ ਉਹਨਾਂ ਨੇ ਆਪਣਾ ਜਨਮ ਲਿਆ ਹੈ। ਮਨਹੁ ਅਗਨ ਤੀਨੋ ਤਨ ਧਾਰੇ। ਇਸ ਤਰ੍ਹਾਂ ਮਾਨੋ ਮਹਾਂਪੁਰਖ ਕਹਿੰਦੇ ਵੀ ਜਿਵੇਂ ਤਿੰਨਾਂ ਨੇ ਅਗਨੀ ਦਾ ਰੂਪ ਹੀ ਧਾਰਨ ਕੀਤਾ ਹੋਵੇ। ਅਪਰ ਸੁੰਦਰੀ ਨਾਮ ਪਛਾਨੋ। ਅਤੇ ਦੂਸਰੇ ਜਿਹੜੇ ਮਹਿਲ ਸੀ ਉਹਨਾਂ ਦਾ ਨਾਮ ਸਤਿਕਾਰਯੋਗ ਮਾਤਾ ਸੁੰਦਰੀ ਜੀ ਹੈ। ਸ਼ੁਭ ਮਤ ਪਤ ਬ੍ਰਤ ਧਰਮ ਨਿਧਾਨੋ। ਅਤੇ ਸ਼ੁਭ ਗੁਣਾਂ ਦੇ ਸਹਿਤ ਨੇ, ਪ੍ਰਤੀਪ੍ਰਤਾ ਧਰਮ ਦੇ ਵਿੱਚ ਪਰਪੱਕ ਨੇ, ਸੋ ਧਰਮ ਦੇ ਧਾਰਨੀ ਨੇ, ਧਰਮ ਦੇ ਘਰ ਹਨ। ਜਿਸ ਕੇ ਸੁਤ ਅਜੀਤ ਸਿੰਘ ਹੋਵਾ। ਅਤੇ ਉਹਨਾਂ ਦੀ ਪਾਵਨ ਕੁੱਖ ਦੇ ਵਿੱਚੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀਆਂ ਉਹਨਾਂ ਨੇ ਜਨਮ ਲੈਣਾ ਕੀਤਾ, ਉਹਨਾਂ ਦਾ ਪ੍ਰਕਾਸ਼ ਹੋਇਆ ਹੈ। ਬਹੁਰੀ ਪਹਤ ਜੋਰਨ ਮਹਿ ਸੋਵਾ। ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਜਦੋਂ ਦੁਸ਼ਮਣ ਚੜ੍ਹ ਕਰਕੇ ਆਏ ਨਾ ਚਮਕੌਰ ਦੀ ਗੜੀ ਵਿਖੇ, ਤੇ ਉਹਨਾਂ ਨੇ ਬਹੁਤੇ ਜ਼ਿਆਦਾ ਵੈਰੀਆਂ ਦਾ ਨਾਸ ਕਰਕੇ ਤੇ ਫੇਰ ਨਾ ਸ਼ਹਾਦਤ ਕੀਤਾ, ਆਪਣੀ ਪ੍ਰਾਪਤ ਕੀਤੀ ਸੀ, ਸ਼ਹੀਦ ਹੋਏ ਸਨ। ਈਸਰ ਸਾਹਿਬ ਦੇਵੀ ਦਾਰਾ। ਅਤੇ ਤੀਸਰੇ ਮਹਿਲ ਸਤਿਗੁਰੂ ਕਲਗੀਧਰ ਪਾਤਸ਼ਾਹ ਜੀਆਂ ਦੇ, ਉਹਨਾਂ ਦਾ ਨਾਮ ਮਾਤਾ ਸਾਹਿਬ ਦੇਵਾਂ ਜੀ ਹੈ। ਤਾਹੇ ਖਾਲਸਾ ਪੁੱਤਰ ਅਪਾਰਾ। ਅਤੇ ਉਹਨਾਂ ਦਾ ਪੁੱਤਰ ਜਿਹੜਾ ਸਾਰਾ ਖਾਲਸਾ ਪੰਥ ਹੈ, ਕਲਗੀਧਰ ਪਾਤਸ਼ਾਹ ਜੀਆਂ ਨੇ ਉਹ ਸਾਰੇ ਖਾਲਸਾ ਪੰਥ ਨੂੰ ਉਹਨਾਂ ਦੀ ਝੋਲੀ ਵਿੱਚ ਹੀ ਪਾਇਆ ਵੀ ਸਾਰਾ ਖਾਲਸਾ ਪੰਥ ਤੁਹਾਡਾ ਪੁੱਤਰ ਹੈ। ਸੋ ਅੱਜ ਵੀ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਹੈ, ਕੋਈ ਪ੍ਰਾਣੀ ਅੰਮ੍ਰਿਤ ਧਾਰਨ ਕਰਦਾ, ਅੰਮ੍ਰਿਤ ਛਕਦਾ ਹੈ ਨਾ, ਤੇ ਉਸ ਵਕਤ ਦ੍ਰਿੜ ਕਰਾਇਆ ਜਾਂਦਾ ਹੈ ਕਿ ਧਰਮ ਦੇ ਪਿਤਾ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਖਾਲਸੇ ਦੀ ਮਾਤਾ ਮਾਤਾ ਸਾਹਿਬ ਦੇਵਾ ਕੌਰ। ਸੋ ਐਸੇ ਮਹਾਨ ਉਹ ਪਰਉਪਕਾਰੀ ਸਨ, ਸ਼ੁਭ ਗੁਣਾਂ ਦੇ ਧਾਰਨੀ ਸੀ ਮਾਤਾ ਸਾਹਿਬ ਦੇਵਾਂ ਜੀ। ਸੋ ਉਹਨਾਂ ਦਾ ਪੁੱਤਰ ਜਿਹੜਾ ਖਾਲਸਾ ਪੰਥ ਹੈ, ਜਿੱਥੇ ਜਿੱਥੇ ਵੀ ਗੁਰੂ ਕਾ ਖਾਲਸਾ ਹੈ, ਉਹ ਸਾਰੇ ਮਾਤਾ ਸਾਹਿਬ ਦੇਵਾਂ ਦੇ ਪੁੱਤਰ ਹਨ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ। ਸੋ ਇਹ ਕਲਗੀਧਰ ਪਾਤਸ਼ਾਹ ਜੀਆਂ ਨੇ ਵੱਡੀਆਂ ਵਡਿਆਈਆਂ ਬਖਸ਼ਿਸ਼ ਕੀਤੀਆਂ ਹਨ। ਇਮ ਸਾਹਿਬ ਦਸਵੇਂ ਪਾਤਸ਼ਾਹੂ। ਇਸ ਤਰ੍ਹਾਂ ਧੰਨ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਰਕਨ ਕੋਰਨ ਕਰ ਉਤਸ਼ਾਹੂ। ਜਿਨ੍ਹਾਂ ਨੇ ਤੁਰਕਾਂ ਦੇ ਨਾਲ, ਦੁਸ਼ਟ ਲੋਕਾਂ ਦੇ ਨਾਲ, ਧਰਮ ਦੇ ਵੈਰੀਆਂ ਦੇ ਨਾਲ ਬਹੁਤ ਵੱਡੇ ਜੰਗ ਯੁੱਧ ਕੀਤੇ ਨੇ, ਬੜੇ ਚਾਅ ਉਤਸ਼ਾਹ ਦੇ ਸਹਿਤ। ਅਨੇਕ ਪ੍ਰਕਾਰਨ ਕੀਨ ਅਖਾਰੇ। ਅਤੇ ਨੇਕਾਂ ਥਾਵਾਂ ਤੇ ਜੰਗ ਕੀਤੇ ਨੇ, ਨੇਕਾਂ ਰਣ ਤੱਤਿਆਂ ਦੇ ਵਿੱਚ ਬੜੇ ਉਤਸ਼ਾਹ ਦੇ ਸਹਿਤ ਹੋ ਕਰਕੇ ਨਾਲ ਗੁਰੂ ਕੇ ਸਿੱਖਾਂ ਨੂੰ ਲੈ ਕਰਕੇ ਮੈਦਾਨੇ ਜੰਗ ਦੇ ਵਿੱਚ ਆਪਣੇ ਜੌਹਰ ਵਿਖਾਉਂਦੇ ਸਨ। ਕਰ ਪੁਰਸ਼ਾਰਥ ਕੋ ਰਿਪ ਮਾਰੇ। ਤੇ ਕਲਗੀਧਰ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਵੀ ਸ਼ਸਤਰਧਾਰੀ ਹੋਣ ਦਾ ਵਚਨ ਦਿੱਤਾ। ਵਚਨ ਕੀਤਾ ਸੀ ਵੀ ਖਾਲਸਾ ਜਿਹੜਾ ਹੈ ਉਹ ਸ਼ਸਤਰਧਾਰੀ ਹੀ ਸੋਹਣਾ ਲੱਗਦਾ, ਸ਼ਸਤਰਾਂ ਦੇ ਸਹਿਤ ਹੀ ਸਾਡੇ ਦਰਸ਼ਨਾਂ ਨੂੰ ਪੰਥ ਚੱਲ ਕਰਕੇ ਆਵੇ। ਤੇ ਆਪ ਵੀ ਮਹਾਰਾਜ ਸ਼ਸਤਰਾਂ ਦੇ ਨਾਲ ਬੇਅੰਤ ਪਿਆਰ ਕਰਦੇ ਸਨ, ਤੇ ਸ਼ਸਤਰਾਂ ਦੇ ਸਹਿਤ ਹੋ ਕਰਕੇ ਨੇਕਾਂ ਹੀ ਵੈਰੀ ਦੁਸ਼ਟ ਲੋਕ ਉਹਨਾਂ ਨੂੰ ਮਾਰਨਾ ਕੀਤਾ, ਜਿਹੜੇ ਗੁਰੂ ਕੇ ਨਿੰਦਕ ਸਨ। ਪੰਥ ਖਾਲਸਾ ਉਤਪਤ ਕਰਕੇ। ਕਲਗੀਧਰ ਦਸ਼ਮੇਸ਼ ਪਿਤਾ ਸਤਿਗੁਰੂ ਸਮਰੱਥ ਸਤਿਗੁਰੂ ਨੇ, ਉਹਨਾਂ ਨੇ ਆਪ ਹੀ ਖਾਲਸਾ ਪੰਥ ਦੀ ਸਥਾਪਨਾ ਕੀਤੀ, ਆਪ ਹੀ ਸਾਰੇ ਪੰਥ ਨੂੰ ਸਾਜਿਆ ਨਵਾਜਿਆ ਹੈ। ਤੁਰਕ ਤੇਜ ਕੀ ਜਰਾਂ ਉਖਰ ਕੇ। ਇਹ ਜਿਹੜਾ ਤੁਰਕਾਂ ਦਾ ਤੇਜ ਪ੍ਰਤਾਪ ਸੀ, ਜਿਹੜੇ ਤੁਰਕ ਕਹਿੰਦੇ ਸੀ ਵੀ ਅਸੀਂ ਚੱਕਰਵਰਤੀ ਬਾਦਸ਼ਾਹ, ਇਹਨਾਂ ਤੁਰਕਾਂ ਦਾ ਸਾਰਾ ਜਿਹੜਾ ਤੇਜ ਪ੍ਰਤਾਪ ਸੀ ਉਹਦੀਆਂ ਜੜ੍ਹਾਂ ਹੀ ਪੱਟ ਕੇ ਰੱਖ ਦਿੱਤੀਆਂ, ਸਾਰਾ ਤੈਸ ਨੈਸ ਹੀ ਕਰ ਦਿੱਤਾ। ਬਰਖ 3211 ਮਾਸ। ਇਸ ਤਰ੍ਹਾਂ ਸੋ ਕਹਿੰਦੇ ਨੇ ਬਚਨ ਕਰਦਿਆਂ ਮਹਾਂਪੁਰਖਾਂ ਨੇ ਇਹ ਜ਼ਿਕਰ ਅੱਗੇ ਕੀਤਾ ਹੈ ਕਿ 32 ਸਾਲ ਅਤੇ 1 ਮਹੀਨਾ ਜਗ ਮੈਂ ਕੀਨਸ ਧਰਮ ਪ੍ਰਕਾਸ਼। ਅਤੇ ਜਗਤ ਦੇ ਉੱਪਰ, ਇਸ ਸੰਸਾਰ ਦੇ ਉੱਤੇ ਧਰਮ ਦਾ ਪ੍ਰਕਾਸ਼ ਕੀਤਾ ਹੈ। ਗਰੀਬ ਨਵਾਜ
ਕਲਗੀਧਰ ਸਤਿਗੁਰੂ ਪਾਤਸ਼ਾਹ ਜੀਆਂ। ਸਿੱਖ ਅਨੇਕਨ ਕੋ ਗਤ ਕੀ ਦੀਨੀ, ਅਤੇ ਨੇਕਾ ਹੀ ਸਿੱਖਾਂ ਨੂੰ ਗਰੀਬ ਨਵਾਜ ਪਾਤਸ਼ਾਹ ਜੀਆਂ ਨੇ ਮੁਕਤੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਦੁਖ ਤੇ ਬਚੇ ਸ਼ਰਨ ਜਿਨ ਲੀਨੀ, ਅਤੇ ਉਹ ਦੁੱਖ ਤੋਂ ਬਚੇ ਨੇ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਜੀਆਂ ਦੀ ਸ਼ਰਨ ਲੈ ਲਈ। ਸੋ ਗਰੀਬ ਨਵਾਜ ਸਤਿਗੁਰੂ ਕਿਰਪਾਲੂ ਸਤਿਗੁਰੂ ਨੇ ਜਿਹੜਾ ਵੀ ਉਹਨਾਂ ਦੀ ਸ਼ਰਨ ਦੇ ਵਿੱਚ ਗਿਆ ਉਹਦਾ ਭਲਾ ਕੀਤਾ ਹੈ। 17 ਸਹਿਸ 65 ਉੱਪਰ, ਅਤੇ ਇਸ ਤੋਂ ਅੱਗੇ ਇਹ ਬਚਨ ਕਰਦੇ ਆ ਸਤਿਗੁਰੂ ਧੰਨ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਕੌਤਕ ਕਰਦੇ ਆ ਖਾਲਸੇ ਪੰਥ ਨੂੰ ਵੱਡੀਆਂ ਬਖਸ਼ਿਸ਼ਾਂ ਕਰਦਿਆਂ 1765 ਸੰਮਤ ਤੇ ਉੱਪਰ ਕਾਤਿਕ ਸੁਧ ਪੰਚੈ ਦਿਨ ਸੁਰਗੁਰ, ਅਤੇ ਕੱਤਕ ਸੁਦੀ ਪੰਜਵੀਂ ਨੂੰ ਕੱਤਕ ਸੁਦੀ ਪੰਚਵੀਂ ਵਾਲੇ ਦਿਨ ਵੀਰਵਾਰ ਦਾ ਦਿਨ ਹੈ। ਰਹੇ ਜਾਮਨੀ ਜਾਮ ਸਵਾ ਜਬ, ਤੇ ਜਦੋਂ ਰਾਤ ਜਿਹੜੀ ਹੈ ਉਹ ਸਵਾ ਪੈਰ ਦੇ ਕਰੀਬ ਰਾਤ ਰਹੀ ਹੈ। ਸੱਚਖੰਡ ਪਹੁੰਚੇ ਸ੍ਰੀ ਗੁਰ ਤਬ, ਉਸ ਵਕਤ ਸਤਿਗੁਰੂ ਕਲਗੀਧਰ ਗਰੀਬ ਨਵਾਜ ਪਾਤਸ਼ਾਹ ਜੀ ਸੱਚਖੰਡ ਵਿਖੇ ਜਾਣਾ ਕੀਤਾ ਸੀ। ਅਵਚਲ ਨਗਰ ਨਾਮ ਸੁਬਥਾਨ, ਅਤੇ ਜਿਸ ਸਥਾਨ ਤੇ ਸਤਿਗੁਰੂ ਗਰੀਬ ਨਵਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਸੱਚਖੰਡ ਨੂੰ ਗਏ ਉਸ ਮਹਾਨ ਪਵਿੱਤਰ ਸਥਾਨ ਦਾ ਨਾਂ ਅਵਚਲ ਨਗਰ ਹੈ। ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਗਰੀਬ ਨਵਾਜ ਪਾਤਸ਼ਾਹ ਜੀਆਂ ਨੇ ਜੋਤੀ ਜੋਤ ਸਮਾਉਣਾ ਕੀਤਾ, ਸੱਚਖੰਡ ਨੂੰ ਜਾਣਾ ਕੀਤਾ ਹੈ। ਭਇਓ ਦੇਹੁਰਾ ਜੋਤ ਮਹਾਨ, ਅਤੇ ਅੱਜ ਵੀ ਉਹ ਮਹਾਨ ਪਵਿੱਤਰ ਸਥਾਨ ਬਹੁਤ ਜ਼ਿਆਦਾ ਪ੍ਰਕਾਸ਼ਮਾਨ ਹੈ। ਸਾਰੇ ਪਾਸੇ ਉਸ ਮਹਾਨ ਪਵਿੱਤਰ ਸਥਾਨ ਦੀਆਂ ਵੱਡੀਆਂ ਵਡਿਆਈਆਂ ਸ਼ੋਭਨੀਕ ਨੇ। ਔਰ ਜੇ ਸਾਰਾ ਹੀ ਪੰਥ ਧੰਨ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਜਾ ਕਰਕੇ ਉੱਥੇ ਨਮਸਕਾਰਾਂ ਕਰਦਾ ਹੈ। ਸ੍ਰੀ ਹਰਿ ਰਾਏ ਪਾਏ ਗੁਰ ਆਈ, ਇਸ ਤਰ੍ਹਾਂ ਮਹਾਂਪੁਰਖਾਂ ਨੇ ਭਾਈ ਰਾਮ ਕੋਇਰ ਜੀ ਹੋਣਾ ਬਚਨ ਕਰਦਿਆਂ ਜ਼ਿਕਰ ਕਰਦਿਆਂ ਬਚਨ ਕੀਤੇ ਕਿ ਜਿਸ ਵਕਤ ਧੰਨ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਗੁਰਤਾ ਗੱਦੀ ਦੇ ਉੱਪਰ ਸੁਭਾਈਮਾਨ ਹੋਏ ਬਿਰਾਜਮਾਨ ਹੋਣਾ ਕੀਤਾ, ਤਬਹੁ ਨਰੰਗੇ ਦਿੱਲੀ ਪਾਈ, ਉਦੋਂ ਹੀ ਨਰੰਗੇ ਬਾਦਸ਼ਾਹ ਨੇ ਦਿੱਲੀ ਦੇ ਤਖਤ ਦੇ ਉੱਪਰ ਬੈਠਣਾ ਕੀਤਾ ਸੀ। ਉਦੋਂ ਬਾਦਸ਼ਾਹ ਬਣਿਆ। ਪਤ ਸ਼ਾਹਿਤ ਕਹੁ ਮਾਲਕ ਭਇਓ, ਅਤੇ ਦਿੱਲੀ ਦੇ ਤਖਤ ਤੇ ਬੈਠ ਕਰਕੇ ਬਾਦਸ਼ਾਹੀ ਦੇ ਤਖਤ ਤੇ ਬੈਠ ਕਰਕੇ ਇਹ ਸਾਰੇ ਦੇਸ਼ ਦਾ ਸਾਰੇ ਰਾਜ ਭਾਗ ਦਾ ਇਹ ਮਾਲਕ ਬਣ ਗਿਆ ਸੀ। ਰਾਜ ਤੇ ਜਿਨ ਬੜ ਬਿਰਦਿਓ, ਇਹਦਾ ਜਿਹੜਾ ਤੇਜ ਰਾਜ ਸੀ ਵੱਡੀ ਭਾਰੀ ਇਹਦੇ ਕੋਲ ਫੌਜ ਸੀ। ਸਾਰੇ ਜਿਹੜੇ ਰਾਜੇ ਮਹਾਰਾਜੇ ਇਹਦੇ ਅੱਗੇ ਕੋਈ ਸਿਰ ਨਹੀਂ ਸੀ ਚੁੱਕਦਾ। ਸਾਰੇ ਇਹਦੇ ਤੇਜ ਪ੍ਰਤਾਪ ਦੇ ਅੱਗੇ ਝੁਕਦੇ ਸਨ। ਬਹੁਤਨ ਕਹਿ ਕਰ ਕੈ ਅਪਰਾਧੂ, ਅਤੇ ਇਸ ਨੇ ਬਹੁਤ ਵੱਡੇ ਜਿਹੜੇ ਘੋਰ ਅਪਰਾਧ ਕਰਕੇ ਪਾਪ ਕਰਨਾ ਕੀਤੇ। ਮਹਾ ਕੁਕਰਮ ਕਸ਼ਟ ਦੈ ਸਾਧੂ, ਅਤੇ ਬੜੇ ਇਹੋ ਜਿਹੇ ਖੋਟੇ ਕਰਮ ਕੀਤੇ ਜਿਨ੍ਹਾਂ ਖੋਟੇ ਕਰਮਾਂ ਦੇ ਨਾਲ ਇਹਨੇ ਸੰਤਾਂ ਮਹਾਂਪੁਰਖਾਂ ਨੂੰ ਰੱਬ ਦੇ ਪਿਆਰਿਆਂ ਨੂੰ ਬੜੇ ਕਸ਼ਟ ਦੇਣਾ ਕੀਤੇ ਸਨ। ਗੁਰ ਘਰ ਸੋਂ ਬਹੁ ਦਰੋਹ ਕਮਾਵਾ, ਇਸ ਤਰ੍ਹਾਂ ਗੁਰੂ ਘਰ ਦੇ ਨਾਲ ਵੀ ਇਹਨੇ ਬਹੁਤ ਜ਼ਿਆਦਾ ਵੱਡੇ ਜਿਹੜੇ ਧਰੋਹ ਸੀ ਉਹ ਕਮਾਉਣਾ ਕੀਤੇ ਨੇ। ਗੁਰੂ ਘਰ ਦੇ ਨਾਲ ਵੀ ਇਸ ਨਰੰਗੇ ਬਾਦਸ਼ਾਹ ਨੇ ਵੈਰ ਹੀ ਪਾ ਕਰਕੇ ਰੱਖਿਆ ਹੈ। ਸੋ ਪਾਪੀ ਮੰਦੀ ਮੱਤ ਵਾਲਾ ਸੀ ਇਹ ਜਿਹੜੇ ਰੱਬ ਦੇ ਪਿਆਰੇ ਧਰਮਾਤਮਾ ਪੁਰਖ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਸੀ, ਵੱਡੇ ਭਾਰੀ ਕਸ਼ਟ ਦਿਆ ਕਰਦਾ ਸੀ। ਕਰਿਓ ਕਰਮ ਦੁਸ਼ਟ ਦੁਖ ਪਾਵਾ, ਇਸ ਤਰ੍ਹਾਂ ਖੋਟੇ ਕਰਮਾਂ ਕਰਕੇ ਇਹ ਜਿਹੜਾ ਪਾਪੀ ਦੁਸ਼ਟ ਨਰੰਗਾ ਹੈ ਇਹਨੇ ਬਹੁਤ ਵੱਡੇ ਜਿਹੜੇ ਦੁੱਖ ਨੇ ਉਹਨਾਂ ਨੂੰ ਪਾਉਣਾ ਕੀਤਾ। ਸੁਣ ਸਭ ਸਿੰਘ ਪ੍ਰਸੰਨ ਮਹਾਨਾ, ਇਹ ਸਾਰਾ ਜਿਹੜਾ ਪ੍ਰਸੰਗ ਸੀ ਨਾ ਸਤਿਗੁਰਾਂ ਦੀ ਗੁਰ ਪ੍ਰਣਾਲੀ ਦਾ, ਕਲਗੀਧਰ ਦਸ਼ਮੇਸ਼ ਪਿਤਾ ਦਾ ਮਹਾਰਾਜ ਕਿਵੇਂ ਕਿਵੇਂ ਜੰਗ ਯੁੱਧ ਕੀਤੇ, ਇਹ ਸਾਰੇ ਪ੍ਰਸੰਗ ਨੂੰ ਸੁਣ ਕਰਕੇ ਜਿਹੜੇ ਸਿੰਘ ਸਨ ਸਤਿਗੁਰੂ ਪਾਤਸ਼ਾਹ ਜੀਆਂ ਦੇ ਨਾਲ ਪਿਆਰ ਕਰਨ ਵਾਲੇ ਰਹਿਤਵਾਨ ਗੁਰੂ ਕੇ ਸਿੱਖ, ਉਹ ਬੜੇ ਜ਼ਿਆਦਾ ਪ੍ਰਸੰਨ ਹੋਏ ਕਿ ਭਾਈ ਰਾਮ ਕੌਰ ਜੀਆਂ ਬੜੇ ਗਿਆਨ ਦੇ ਸਹਿਤ ਹੋ ਕਰਕੇ
ਇਹ ਸਾਰੇ ਬਚਨ ਕੀਤੇ ਖਾਨੋ। ਹਾਥ ਜੋਰ ਕੈ ਬਾਕ ਬਖਾਨਾ। ਇਹ ਸਾਰੇ ਸਿੰਘਾਂ ਨੇ ਫਿਰ ਬੜੀ ਨਿਮਰਤਾ ਨਾਲ, ਬੜੇ ਪਿਆਰ ਦੇ ਨਾਲ ਸੋ ਭਾਈ ਰਾਮ ਕੌਰ ਜੀ ਮਹਾਂਪੁਰਖਾਂ ਦੇ ਅੱਗੇ ਹੱਥ ਜੋੜ ਕਰਕੇ ਬੇਨਤੀ ਕੀਤੀ ਕਿ ਨੌ ਗੁਰ ਕੀ ਸਭ ਕਥਾ ਬਖਾਨੋ। ਇਹ ਬੇਨਤੀ ਹੈ ਕਿ ਮਹਾਂਪੁਰਖੋ ਤੁਸੀਂ ਕਿਰਪਾ ਕਰੋ। ਸੋ ਜਿਹੜੇ 9 ਸਤਿਗੁਰੂ ਨੇ, ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ 10ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੱਕ ਇਹ ਕਿਰਪਾ ਕਰਕੇ ਸਾਰੀ ਜਿਹੜੀ ਕਥਾ ਹੈ, ਸਾਰਾ ਗੁਰੂ ਕਾ ਇਤਿਹਾਸ ਹੈ, ਉਹ ਦੱਸਣਾ ਕਰੋ। ਤੂੰ ਸਰਬੱਗ ਸਰਬ ਹੀ ਜਾਨੋ। ਤੁਸੀਂ ਮਹਾਰਾਜ ਹਰ ਪੱਖੋਂ ਕਿਰਪਾਲੂ ਜੇ, ਸਰਬ ਕਲਾ ਸਮਰੱਥ ਦੇ ਮਹਾਂਪੁਰਖੋ, ਤੁਸੀਂ ਕਿਰਪਾ ਦੇ ਘਰ ਵਿੱਚ ਆਓ ਤੇ ਸਾਨੂੰ ਸਾਰਾ ਇਤਿਹਾਸ ਦੱਸੋ। ਇਹ ਸਭ ਪ੍ਰਥਮੇ ਕਥਾ ਸੁਣਈਆ। ਜਿਸ ਤਰ੍ਹਾਂ ਆਪ ਜੀ ਨੇ ਕਥਾ ਸੁਣਾਈ, ਇਸ ਤਰ੍ਹਾਂ ਸਾਰੀ ਕਥਾ ਪਹਿਲਾਂ ਤੋਂ ਲੈ ਕਰਕੇ ਕਿਵੇਂ ਕਿਵੇਂ ਹੋਇਆ, ਕੀ ਸਾਰਾ ਗੁਰੂ ਘਰ ਵਿੱਚ ਬੀਤਿਆ, ਵਾਪਰਿਆ, ਇਹ ਸਾਰਾ ਹੀ ਸਾਨੂੰ ਕਿਰਪਾ ਕਰਕੇ ਸੁਣਾ ਦੇਵੋ। ਗੁਰ ਚਰਿਤ੍ਰ ਕੀਨੋ ਸਮਝਈਆ। ਜਿਹੜੇ ਗੁਰੂ ਕੇ ਕੌਤਕ ਨੇ, ਗੁਰੂ ਸਾਹਿਬ ਜੀ ਨੇ ਜਿਹੜੇ ਕੌਤਕ ਕੀਤੇ ਨੇ, ਸਤਿਗੁਰਾਂ ਦਾ ਜਿਹੜਾ ਇਤਿਹਾਸ ਹੈ, ਉਹ ਸਾਰਾ ਸਾਨੂੰ ਬੜੇ ਪਿਆਰ ਨਾਲ, ਬੜੇ ਸਤਿਕਾਰ ਦੇ ਸਹਿਤ ਸਮਝਾ ਦੇਵੋ। ਜਿਉਂ ਜਿਉਂ ਭਇਓਏ ਕਹੋ ਸਭ ਕਥਾ। ਜਿਵੇਂ ਜਿਵੇਂ ਕਲਗੀਧਰ ਪਾਤਸ਼ਾਹ ਜੀਆਂ ਦੇ ਘਰ ਵਿੱਚ ਹੋਇਆ, ਜਿਵੇਂ ਜਿਵੇਂ ਵੱਡੇ ਸਤਿਗੁਰਾਂ ਨੇ ਸੰਸਾਰ ਦੇ ਵਿੱਚ ਵਿਚਰਦਿਆਂ ਜੀਵਾਂ ਦਾ ਭਲਾ ਕੀਤਾ, ਗੁਰਸਿੱਖਾਂ ਨੂੰ ਉਪਦੇਸ਼ ਕੀਤੇ ਤੇ ਆਦਿਕ ਸਾਰੀ ਜਿਹੜੀ ਕਥਾ ਹੈ ਵੱਡੇ ਸਤਿਗੁਰਾਂ ਦੀ, ਸਾਰੀ ਸਾਨੂੰ ਸੁਣਾਉਣਾ ਕਰੋ। ਗੁਰੂ ਪ੍ਰਸੰਗ ਸੁਣਾਵੋ ਜਥਾ। ਅਤੇ ਸਤਿਗੁਰਾਂ ਦੇ ਜਿਹੜਾ ਇਤਿਹਾਸ ਹੈ, ਗੁਰੂ ਕੇ ਪ੍ਰਸੰਗ ਨੇ, ਉਹ ਜਿਵੇਂ ਜਿਵੇਂ ਹੋਇਆ ਉਸੇ ਤਰ੍ਹਾਂ ਹੀ ਕਿਰਪਾ ਕਰਕੇ ਇਹ ਸਾਰੇ ਇਤਿਹਾਸ ਨੂੰ ਮਹਾਰਾਜ ਤੁਸੀਂ ਸੁਣਾਉਣਾ ਕਰੋ ਮਹਾਂਪੁਰਖੋ। ਸੁਣੀ ਖਾਲਸੇ ਕੀ ਇਮ ਬਾਨੀ। ਇਸ ਤਰ੍ਹਾਂ ਜਿਹੜੇ ਰਹਿਤਵਾਨ ਗੁਰੂ ਕੇ ਪਿਆਰੇ ਸਿੰਘ ਭਾਈ ਰਾਮ ਕੌਰ ਜੀਆਂ ਦੇ ਕੋਲ ਆਏ ਸਨ, ਉਹਨਾਂ ਨੇ ਖਾਲਸੇ ਦੇ ਬਚਨ ਸੁਣ ਕਰਕੇ ਖਾਲਸਾ ਪੰਥ ਦੀ ਬੇਨਤੀ ਸਿੰਘਾਂ ਦੀ ਪ੍ਰਵਾਨ ਕਰਦਿਆਂ ਸ੍ਰੀ ਗੁਰਬਖਸ਼ ਸਿੰਘ ਮਨ ਮਾਨੀ। ਅਤੇ ਭਾਈ ਰਾਮ ਕੌਰ ਜੀਆਂ ਨੇ ਜਦੋਂ ਅੰਮ੍ਰਿਤ ਪਾਨ ਕੀਤਾ, ਅੰਮ੍ਰਿਤਧਾਰੀ ਹੋ ਗਏ, ਤੇ ਉਸ ਵਕਤ ਉਹਨਾਂ ਦਾ ਨਾਮ ਜਿਹੜਾ ਸੀ ਉਹ ਭਾਈ ਗੁਰਬਖਸ਼ ਸਿੰਘ ਰੱਖ ਦਿੱਤਾ ਸੀ। ਸੋ ਭਾਈ ਗੁਰਬਖਸ਼ ਸਿੰਘ ਜੀ ਮਹਾਂਪੁਰਖ, ਉਹਨਾਂ ਦੇ ਮਨ ਦੇ ਵਿੱਚ ਇਹ ਬਚਨ ਭਾ ਗਿਆ, ਉਹਨਾਂ ਨੇ ਸਤ ਕਰਕੇ ਬਚਨ ਜਿਹੜਾ ਹੈ ਉਹਨੂੰ ਮੰਨ ਲਿਆ ਹੈ। ਕਥਾ ਸੁਣਾਵਣ ਲਾਗੇ ਉਹ ਸੋਈ। ਫਿਰ ਉਹਨਾਂ ਨੇ ਸਾਰੇ ਵੱਡੇ ਸਤਿਗੁਰਾਂ ਤੋਂ ਲੈ ਕਰਕੇ ਇਤਿਹਾਸ ਜਿਹੜਾ ਸੀ ਉਹ ਆਰੰਭ ਕਰ ਦਿੱਤਾ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਾਈਂ ਕਹਿੰਦੇ ਸਾਰਾ ਹੀ ਸੁਣਾਵਾਂਗੇ। 9 ਸਤਿਗੁਰ ਕੀ ਜਿਮ ਜਿਮ ਹੋਈ। 9 ਹੀ ਸਤਿਗੁਰਾਂ ਦਾ ਜਿਵੇਂ ਜਿਵੇਂ ਇਤਿਹਾਸ ਹੋਇਆ ਹੈ, ਜਿਵੇਂ ਜਿਵੇਂ ਮੈਂ ਲਾਗੇ ਵੇਖਿਆ ਸੁਣਿਆ ਹੈ। ਦੋਹਰਾ ਸੁਣਤ ਭਇਓ ਤਬ ਖਾਲਸਾ, ਸ੍ਰੀ ਗੁਰੂ ਜਸ ਕੋ ਸਰੋਣ। ਇਹ ਤੇ ਭਾਈ ਰਾਮ ਕੌਰ ਜੀ ਆਪਣੇ ਪਾਵਨ ਮੁਖਾਰ ਬਿੰਦ ਤੋਂ ਇਹ ਸਾਰਾ ਇਤਿਹਾਸ ਗੁਰੂ ਕੇ ਪੰਥ ਦਾ ਆਪਣੇ ਮੁਖ ਤੋਂ ਦੱਸ ਰਹੇ ਨੇ, ਸੁਣਾ ਰਹੇ ਨੇ। ਤੇ ਜਿਹੜਾ ਖਾਲਸਾ ਪੰਥ ਹੈ, ਗੁਰੂ ਕੇ ਪਿਆਰ ਵਾਲੇ ਸਿੰਘ, ਉਹ ਆਪਣੇ ਕੰਨਾਂ ਦੇ ਨਾਲ ਬੜੀ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਸੁਣਦੇ ਹਨ। ਉਠੇ ਸੁਨੇ ਮਨ ਮਹਿ ਗੁਣੈ, ਪੁਰੇ ਕਾਮਨਾ ਤਾਉਣਾ। ਇਹ ਕਵੀ ਜੀ ਕਹਿੰਦੇ ਨੇ ਧੰਨ ਸਤਿਗੁਰਾਂ ਦੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੋਂ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੱਕ ਇਹ ਮਹਾਨ ਕੌਤਕ ਨੇ ਸਤਿਗੁਰਾਂ ਦੇ। ਜਿਹੜਾ ਸਿੱਖ ਭਾਵਨਾ ਰੱਖ ਕਰਕੇ ਸ਼ਰਧਾ ਦੇ ਸਹਿਤ ਅਦਬ ਦੇ ਨਾਲ ਗੁਰੂ ਕੇ ਗੁਣਾਂ ਨੂੰ ਪੜ੍ਹਦਾ ਹੈ, ਗੁਰੂ ਕੇ ਗੁਣਾਂ ਨੂੰ ਸੁਣਦਾ ਹੈ, ਤੇ ਸਤਿਗੁਰੂ ਬੜੇ ਕਿਰਪਾਲੂ ਨੇ, ਆਪਣੇ ਸੇਵਕ ਦਾ ਪਿਆਰ ਵੇਖ ਕਰਕੇ ਸਾਰੀਆਂ ਝੋਲੀਆਂ ਉਹਦੀ, ਸਾਰੀਆਂ ਖੁਸ਼ੀਆਂ ਉਹਦੀ ਝੋਲੀ ਦੇ ਵਿੱਚ ਪਾ ਦਿੰਦੇ ਨੇ। ਸਤਿਗੁਰੂ ਸਾਰੀਆਂ ਭਾਵਨਾਵਾਂ ਆਪਣੇ ਸਿੱਖ ਦੀਆਂ ਪੂਰੀਆਂ ਕਰਦੇ ਨੇ। ਜਿਹੜਾ ਕੋ ਮਨ ਚਿੱਤ ਲਾ ਕੇ ਭਾਵਨਾ ਦੇ ਸਹਿਤ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀਆਂ ਦਾ ਜਿਹੜਾ ਪਾਵਨ ਇਤਿਹਾਸ ਹੈ, ਜਿਹੜਾ ਸਿੱਖ ਉਹਨੂੰ ਸਰਵਣ ਕਰਦਾ ਹੈ। ਸੋ ਇੱਥੋਂ ਤੱਕ
ਕਵੀ ਜੀਆਂ ਨੇ ਮਹਾਂਪੁਰਖ ਭਾਈ ਰਾਮ ਕੌਰ ਜੀਆਂ ਵੱਲੋਂ ਦੱਸੀ ਹੋਈ ਗੁਰ ਪ੍ਰਣਾਲੀ ਇੱਥੋਂ ਤੱਕ ਇੱਥੇ ਲਿਆ ਕਰਕੇ ਸਮਾਪਤੀ ਕੀਤੀ ਹੈ। ਇਸ ਤੋਂ ਅੱਗੇ ਜਿਹੜਾ ਕਿ ਉਹ ਜੀਵਨ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਕਿਵੇਂ ਕਰਤਾਰਪੁਰ ਸਾਹਿਬ ਤੋਂ ਚੱਲ ਕੇ ਖਡੂਰ ਸਾਹਿਬ ਆਏ, ਉਹ ਸਾਰਾ ਪ੍ਰਸੰਗ ਅੱਗੇ ਆਵੇਗਾ। ਕਿਵੇਂ ਉਹ ਜਾ ਕਰਕੇ ਖਡੂਰ ਸਾਹਿਬ ਨਗਰ 'ਚ ਬਿਰਾਜੇ, ਉਹ ਆਪਾਂ ਕੱਲ੍ਹ ਦੇ ਦੀਵਾਨ ਅੰਦਰ ਸਰਵਣ ਕਰਾਂਗੇ। ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਕਰਦੇ ਹਾਂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਸਾਹਿਬਾਨ ਗੁਰੂ ਕੀ ਸੰਗਤ ਬਖਸ਼ਿੰਦ ਹੋ ਬਖਸ਼ ਲੈਣਾ ਜੀ। ਅਗਾਹਾਂ ਤੋਂ ਸਮਤ ਪ੍ਰਦਾਨ ਕਰਨੀ। ਸੁਣਤ ਭਇਓ ਤਬ ਖਾਲਸਾ ਸ੍ਰੀ ਗੁਰੂ ਜਸ ਕੋ ਸ੍ਰਵਣ ਪਠੇ ਸੁਨੇ ਮਨ ਮੈਂ ਗੁਣੈ ਮੁਰੇ ਕਾਮਨਾ ਤਾਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ